हाँ जी ईटीडी ਦੀ ਸੈਕੰਡ ਈਅਰ ਦੀ ਇਸ ਕਲਾਸ ਤੁਹਾਡਾ ਸਵਾਗਤ ਹੈ। ਇਹ ਕਲਾਸ ਆਪਣੀ ਡਾਇਵਰਸਿਟੀ ਜੈਂਡਰ ਐਂਡ ਇਨਕਲੂਸਿਵ ਐਜੂਕੇਸ਼ਨ ਦੀ ਥਰਡ ਕਲਾਸ ਹੈ। ਇਸ ਤੋਂ ਪਹਿਲਾਂ ਆਪਣੀਆਂ ਦੋ ਕਲਾਸਾਂ ਹੋ ਚੁੱਕੀਆਂ ਹਨ, ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਜ਼ਰੂਰ ਦੇਖ ਲਿਓ। ਹਾਂਜੀ ਇਹਦੇ ਵਿੱਚ ਜੋ ਆਪਾਂ ਫਸਟ ਯੂਨਿਟ ਕਰਨ ਜਾ ਰਹੇ ਹਾਂ, ਫਸਟ ਯੂਨਿਟ ਵਿੱਚ ਤੁਹਾਡੇ 4 ਲੈਸਨ ਹਨ ਇਨਕਲੂਸਿਵ ਐਜੂਕੇਸ਼ਨ 'ਚ। ਇਨਕਲੂਸਿਵ ਐਜੂਕੇਸ਼ਨ ਫਸਟ ਲੈਸਨ, ਦੂਜਾ ਐਕਸਕਲੂਜਨ ਐਜੂਕੇਸ਼ਨ ਇਨ ਇੰਡੀਅਨ ਐਜੂਕੇਸ਼ਨ, ਥਰਡ ਹੈਗਾ ਜੀ ਅਡਰੈਸਿੰਗ ਇਨਕੁਐਲਿਟੀ ਐਂਡ ਡਾਇਵਰਸਿਟੀ ਇਨ ਇੰਡੀਅਨ ਕਲਾਸਰੂਮ, ਫੋਰਥ ਵਿੱਚ ਅੰਡਰਸਟੈਂਡਿੰਗ ਐਂਡ ਐਕਸਪਲੋਰਿੰਗ ਦ ਨੇਚਰ ਆਫ ਅਸੈਸਮੈਂਟ ਐਂਡ ਫॉर ਇਨਕਲੂਸਿਵ ਐਜੂਕੇਸ਼ਨ। ਹਾਂਜੀ ਇਹਦੇ ਵਿੱਚ ਜੋ ਆਪਾਂ ਫਸਟ ਲੈਸਨ ਕਰ ਰਹੇ ਹਾਂ ਇਸ ਵੀਡੀਓ ਕਲਾਸ ਵਿੱਚ, ਸਮਲਿਤ ਸਿੱਖਿਆ ਇਨਕਲੂਸਿਵ ਐਜੂਕੇਸ਼ਨ ਕੀ ਹੁੰਦਾ ਹੈ। ਸੀਟੈਟ ਔਰ ਰਿਪੀਟਡ ਵਿੱਚ ਵੀ ਤੁਹਾਡੇ ਲਈ ਇਹ ਮੇਨ ਟੋਪਿਕ ਹੈ। ਇਸ ਵਿੱਚ ਤੁਹਾਡੇ 2-3 ਮਾਰਕਸ ਦੇ ਕੁਐਸਚਨ ਆ ਹੀ ਜਾਂਦੇ ਹਨ, 5 ਮਾਰਕਸ ਤੱਕ ਵੀ ਆ ਸਕਦੇ ਹਨ ਇਸ ਟੋਪਿਕ ਵਿੱਚੋਂ ਕੁਐਸਚਨ। ਹਾਂਜੀ ਅੱਜ ਆਪਾਂ ਕਰਾਂਗੇ ਸਮਲਿਤ ਦਾ ਅਰਥ, ਮੀਨਿੰਗ ਆਫ ਇਨਕਲੂਸਿਵ, ਸਮਲਿਤ ਸਿੱਖਿਆ ਦੀ ਵਿਸ਼ੇਸ਼ਤਾਵਾਂ, ਕਰੈਕਟਰਸ ਆਫ ਇਨਕਲੂਸਿਵ ਐਜੂਕੇਸ਼ਨ। ਥਰਡ ਕਰਾਂਗੇ ਸਮਲਿਤ ਸਿੱਖਿਆ ਦੇ ਟੀਚੇ ਅਤੇ ਉਦੇਸ਼, ਏਮਸ ਐਂਡ ਓਬਜੈਕਟਿਵ ਆਫ ਇਨਕਲੂਸਿਵ ਐਜੂਕੇਸ਼ਨ। ਅਤੇ ਫੋਰਥ ਵਿੱਚ ਕਰਾਂਗੇ ਸਮਲਿਤ ਸਿੱਖਿਆ ਦੀਆਂ ਧਾਰਨਾਵਾਂ, ਅਜੰਪਸ਼ਨ ਆਫ ਇਨਕਲੂਸਿਵ ਐਜੂਕੇਸ਼ਨ। ਹਾਂਜੀ ਸ਼ੁਰੂ ਕਰਦੇ ਹਾਂ ਲੈਸਨ ਸਮਲਿਤ ਸਿੱਖਿਆ, ਮੀਨਿੰਗ ਆਫ ਇਨਕਲੂਸਿਵ ਐਜੂਕੇਸ਼ਨ। ਤੁਹਾਨੂੰ ਇਹਦੇ ਵਿੱਚ ਲੌਂਗ ਕੁਐਸਚਨ ਜੋ ਨੇ 5 ਮਾਰਕਸ ਦੇ ਆਉਣੇ ਹਨ ਅਤੇ 3 ਮਾਰਕਸ ਦਾ ਇੱਕ ਸ਼ੋਰਟ ਕੁਐਸਚਨ ਵੀ ਹਨ ਅਤੇ 1-1 ਮਾਰਕਸ ਦੇ ਕੁਐਸਚਨ ਹਨ। 1-1 ਮਾਰਕਸ ਦੇ ਆਪਾਂ ਕੀਤਾ ਸੀ ਪੇਪਰ ਪ੍ਰੀਵੀਅਸ ਵਿੱਚ ਆਪਾਂ ਕੀਤਾ ਸੀ 1-1 ਮਾਰਕਸ ਦੇ 6, 3 ਮਾਰਕਸ ਦੇ 3, 9 ਤੇ 6 15, ਔਰ ਇਹ 4 ਜੋ 5 ਮਾਰਕਸ ਦੇ 15 ਅਤੇ 20 ਹੋ ਗਏ, 35 ਮਾਰਕਸ ਦਾ ਪੇਪਰ ਆਉਣਾ ਤੁਹਾਡਾ ਡਾਇਵਰਸਿਟੀ ਦਾ। ਹਾਂਜੀ ਮੀਨਿੰਗ ਆਫ ਇਨਕਲੂਸਿਵ ਐਜੂਕੇਸ਼ਨ, ਸਮਲਿਤ ਸਿੱਖਿਆ ਕੀ ਹੈ। ਸਿੱਖਿਆ ਸ਼ਬਦ ਇੱਕ ਵਿਆਪਕ ਸ਼ਬਦ, ਸਿੱਖਿਆ ਸ਼ਬਦ ਕੀ ਕਹਿੰਦੇ ਨੇ, ਇੱਕ ਵਿਆਪਕ ਸ਼ਬਦ ਹੈ, ਬਹੁਤ ਵੱਡਾ ਸ਼ਬਦ ਹੈ, ਜਿਸ ਦਾ ਪ੍ਰਯੋਗ ਭਿੰਨ ਅਰਥਾਂ ਵਿੱਚ ਕੀਤਾ ਜਾਂਦਾ, ਜਿਸ ਦਾ ਪ੍ਰਯੋਗ ਭਿੰਨ ਅਰਥਾਂ ਵਿੱਚ ਕੀਤਾ ਜਾਂਦਾ। ਸਿੱਖਿਆ ਉਹ ਪ੍ਰਕਿਰਿਆ ਜੋ ਕਿਸੇ ਵੀ ਵਿਅਕਤੀ ਦੇ ਵਿਕਾਸ ਲਈ ਮਹੱਤਵਪੂਰਨ ਹੈ। ਸਿੱਖਿਆ ਕਿਹੜੀ ਪ੍ਰਕਿਰਿਆ ਜੋ ਕਿਸੇ ਵੀ ਵਿਅਕਤੀ ਦੇ ਵਿਕਾਸ ਲਈ ਮਹੱਤਵਪੂਰਨ ਹੈ, ਉਸ ਦੀਆਂ ਅੰਦਰੂਨੀ ਸਮਰੱਥਾਵਾਂ ਅਤੇ ਸ਼ਕਤੀਆਂ ਨੂੰ ਬਾਹਰ ਕੱਢਦੀ ਹੈ। ਇੱਕ ਲੋਕਤੰਤਰੀ ਦੇਸ਼ ਵਿੱਚ ਸਿੱਖਿਆ ਪ੍ਰਾਪਤ ਕਰਨਾ ਸਾਰਿਆਂ ਦਾ ਅਧਿਕਾਰ ਹੈ। ਇੱਕ ਲੋਕਤੰਤਰੀ ਦੇਸ਼ ਵਿੱਚ ਸਿੱਖਿਆ ਪ੍ਰਾਪਤ ਕਰਨਾ ਹੀ ਕਹਿੰਦੇ ਸਾਰਿਆਂ ਦਾ ਅਧਿਕਾਰ ਹੈ। ਪ੍ਰਾਚੀਨ ਸਮੇਂ ਵਿੱਚ ਹੀ ਰਾਜ ਦੇ ਕੁਝ ਖਾਸ ਸਮੂਹਾਂ ਦੇ ਲੋਕਾਂ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਜਾਂਦਾ ਸੀ। ਪ੍ਰਾਚੀਨ ਸਮੇਂ ਵਿੱਚ ਕਹਿੰਦੇ ਪੁਰਾਣੇ ਸਮੇਂ ਵਿੱਚ ਕੁਝ ਐਵੇਂ ਦੇ ਲੋਕ ਸਨ ਜਿਨ੍ਹਾਂ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਜਾਂਦਾ ਸੀ, ਉਹਨਾਂ ਨੂੰ ਸਿੱਖਿਆ ਲੈਣ ਦਾ ਕੋਈ ਅਧਿਕਾਰ ਨਹੀਂ ਸੀ। ਸਿੱਖਿਆ ਸਮਾਜ ਦੇ ਕੁਲੀਨ ਵਰਗ ਤੱਕ ਹੀ ਸੀਮਿਤ ਸੀ। ਕੁਲੀਨ ਵਰਗ ਜੋ ਰਾਜੇ ਮਹਾਰਾਜੇ ਦਾ ਜਾਂ ਬ੍ਰਾਹਮਣਾਂ ਦਾ, ਇਹਨਾਂ ਦੇ ਕਰੀ ਸੀਮਿਤ ਸੀ ਸਿੱਖਿਆ। ਪਰੰਤੂ ਆਧੁਨਿਕ ਸਮੇਂ ਵਿੱਚ ਭਾਰਤ ਵਿੱਚ ਸਰਵ ਸਿੱਖਿਆ ਅਭਿਆਨ ਅਤੇ ਸਿੱਖਿਆ ਦਾ ਅਧਿਕਾਰ ਜਿਹੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਸਿੱਖਿਆ ਪ੍ਰਾਪਤ ਕਰਨਾ ਹਰੇਕ ਬੱਚੇ ਦਾ ਅਧਿਕਾਰ ਹੋ ਗਿਆ। ਹਾਂਜੀ ਕੀ ਹੋ ਗਿਆ, ਪਰੰਤੂ ਆਧੁਨਿਕ ਸਮੇਂ ਵਿੱਚ ਕੀ ਭਾਰਤ ਵਿੱਚ ਸਰਵ ਸਿੱਖਿਆ ਅਭਿਆਨ ਚੱਲਿਆ ਅਤੇ ਸਿੱਖਿਆ ਅਧਿਕਾਰ ਜਦੋਂ ਆਏ ਅਤੇ ਇਹਦੇ ਨਾਲ ਕੀ ਹੋ ਗਿਆ, ਸਿੱਖਿਆ ਪ੍ਰਾਪਤ ਕਰਨਾ ਹਰੇਕ ਬੱਚੇ ਦਾ ਅਧਿਕਾਰ ਹੋ ਗਿਆ। ਕਿਸੇ ਵੀ ਸਮਾਜ ਵਿੱਚ ਸਾਰੇ ਬੱਚੇ ਇੱਕ ਸਮਾਨ ਨਹੀਂ ਹੁੰਦੇ, ਕੋਈ ਵੀ ਸਮਾਜ ਵਿੱਚ ਸਾਰੇ ਬੱਚੇ ਇੱਕ ਸਮਾਨ ਨਹੀਂ ਹੁੰਦੇ, ਹਰੇਕ ਬੱਚੇ ਵਿੱਚ ਆਪਣੇ ਆਪਣੇ ਗੁਣ ਯੋਗਤਾਵਾਂ ਹੁੰਦੀਆਂ ਹਨ। ਕੁਝ ਬੱਚੇ ਕਹਿੰਦੇ ਨੇ ਸਮਾਨ ਬੱਚਿਆਂ ਤੋਂ ਭਿੰਨ ਵੀ ਹੁੰਦੇ ਹਨ, ਉਹਨਾਂ ਬੱਚਿਆਂ ਦੀਆਂ ਅਲੱਗ ਸਰੀਰਕ, ਮਾਨਸਿਕ, ਬੌਧਿਕ ਅਤੇ ਸੰਵੇਗਾਤਮਕ ਜ਼ਰੂਰਤਾਂ ਹੁੰਦੀਆਂ ਹਨ। ਕੁਝ ਬੱਚੇ ਜੋ ਹਨ ਸਮਾਨ ਬੱਚਿਆਂ ਤੋਂ ਅਲੱਗ ਵੀ ਹੁੰਦੇ ਹਨ, ਉਹਨਾਂ ਦੀਆਂ ਅਲੱਗ ਹੀ ਸਰੀਰਕ, ਮਾਨਸਿਕ, ਬੌਧਿਕ ਅਤੇ ਸੰਵੇਗਾਤਮਕ ਜ਼ਰੂਰਤਾਂ ਹੁੰਦੀਆਂ ਹਨ। ਸਮਲਿਤ ਸਿੱਖਿਆ ਵਰਤਮਾਨ ਸਮੇਂ ਵਿੱਚ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਸਮਲਿਤ ਸਿੱਖਿਆ ਜੋ ਹੈ ਵਰਤਮਾਨ ਸਮੇਂ ਵਿੱਚ, ਅੱਜ ਦੇ ਸਮੇਂ ਵਿੱਚ ਇਸ ਦਿਸ਼ਾ ਵੱਲ ਇੱਕ ਮਹੱਤਵਪੂਰਨ ਯਤਨ ਹੈ। ਸਮਲਿਤ ਸਿੱਖਿਆ ਤੋਂ ਭਾਵ ਕੀ ਹੈ? ਭਾਵ ਉਸ ਸਿੱਖਿਆ ਤੋਂ ਹੈ ਜਿਸ ਵਿੱਚ ਅਸਮਰਥ ਬੱਚਿਆਂ ਨੂੰ ਸਧਾਰਨ ਬੱਚਿਆਂ ਦੇ ਨਾਲ ਸਧਾਰਨ ਸਕੂਲ ਵਿੱਚ ਸਿੱਖਿਆ ਦਿੱਤੀ ਜਾਵੇ। ਇਹ ਸਮਲਿਤ ਸਿੱਖਿਆ ਤੋਂ ਭਾਵ ਕੀ ਹੈ? ਉਸ ਸਿੱਖਿਆ ਤੋਂ ਜਿਸ ਵਿੱਚ ਅਸਮਰਥ ਬੱਚੇ ਜੋ ਥੋੜ੍ਹੇ ਜਿਹੇ ਵੀਕ ਹਨ, ਮੰਦਬੁੱਧੀ ਵੀ ਹਨ, ਉਹਨਾਂ ਨੂੰ ਕੀ ਸਧਾਰਨ ਬੱਚਿਆਂ ਦੇ ਨਾਲ ਸਧਾਰਨ ਸਕੂਲ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਸਮਲਿਤ ਦਾ ਅਰਥ ਕੀ ਹੋਣਾ, ਮੀਨਿੰਗ ਆਫ ਇਨਕਲੂਸਿਵ, ਇਹ 3 ਮਾਰਕਸ ਤੁਹਾਡੇ ਕੁਐਸਚਨ ਆ ਸਕਦਾ। ਸਮਲਿਤ ਦਾ ਅਰਥ ਕੀ ਹੈ? ਨੰਬਰ 1 ਸ਼ਾਬਦਿਕ ਅਰਥ ਵਿੱਚ ਕਹਿੰਦੇ ਸਮਲਿਤ ਸ਼ਬਦ ਜਿਹੜਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਇਨਕਲੂਸਿਵ ਦਾ ਸਮਾਨ ਅਰਥੀ ਹੈ। ਇਨਕਲੂਸਿਵ ਦਾ ਸਮਾਨ ਅਰਥੀ ਹੈ ਅਤੇ ਇਨਕਲੂਸਿਵ ਜੋ ਕਿ ਅੰਗਰੇਜ਼ੀ ਭਾਸ਼ਾ ਦੇ ਇੱਕ ਹੋਰ ਸ਼ਬਦ ਇਨਕਲੂਡ ਤੋਂ ਬਣਿਆ ਹੈ। ਇਨਕਲੂਸਿਵ ਜੋ ਕਿ ਅੰਗਰੇਜ਼ੀ ਭਾਸ਼ਾ ਦੇ ਇੱਕ ਹੋਰ ਸ਼ਬਦ ਕੀ ਹੈ, ਇਨਕਲੂਡ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸ਼ਾਮਲ ਕੀਤਾ ਜਾਵੇ। ਇਸ ਦਾ ਅਰਥ ਕੀ ਹੈ? ਸ਼ਾਮਲ ਕੀਤਾ ਜਾਵੇ। ਸਿੱਖਿਆ ਦੇ ਸੰਦਰਭ ਵਿੱਚ ਇਹ ਸ਼ਬਦ ਸਾਰਿਆਂ ਨੂੰ ਸਿੱਖਿਆ ਵਿੱਚ ਸ਼ਾਮਲ ਕਰਨ ਸੰਬੰਧੀ ਵਰਤਿਆ ਜਾਂਦਾ ਹੈ। ਸਿੱਖਿਆ ਦੇ ਸੰਬੰਧ ਵਿੱਚ ਕਹਿੰਦੇ ਇਹ ਸ਼ਬਦ ਸਾਰਿਆਂ ਨੂੰ ਸਿੱਖਿਆ ਵਿੱਚ ਸ਼ਾਮਲ ਕਰਨ ਸੰਬੰਧੀ ਵਰਤਿਆ ਜਾਂਦਾ। ਸਿੱਖਿਆ ਵਿੱਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਵੇ, ਭਾਵੇਂ ਉਹ ਕਿਸ ਤਰ੍ਹਾਂ ਦਾ ਵੀ ਹੋਵੇ, ਭਾਵੇਂ ਉਹ ਥੋੜ੍ਹਾ ਮੰਦਬੁੱਧੀ ਹੀ ਕਿਉਂ ਨਾ ਹੋਵੇ ਜਾਂ ਉਸ ਵਿੱਚ ਕੋਈ ਤਰ੍ਹਾਂ ਦੀ ਤਰੁੱਟੀ ਹੋਵੇ, ਪਰ ਸਾਰਿਆਂ ਨੂੰ ਇੱਕ ਹੀ ਸਿੱਖਿਆ ਵਿੱਚ ਸ਼ਾਮਲ ਕੀਤਾ ਜਾਵੇ। ਸਿੱਖਿਆ ਵਿੱਚ ਸ਼ਾਮਲ ਕੀਤਾ ਜਾਵੇ, ਇਸ ਨੂੰ ਕਹਿੰਦੇ ਹਨ ਇਨਕਲੂਸਿਵ ਐਜੂਕੇਸ਼ਨ। ਇਸ ਤੋਂ ਭਾਵ ਹੈ ਹਰੇਕ
ਵਿਅਕਤੀ ਨੂੰ ਸਿੱਖਿਆ ਦਾ ਸਮਾਨ ਮੌਕਾ ਪ੍ਰਦਾਨ ਕਰਨਾ ਤਾਂ ਕਿ ਉਹ ਸਮਾਜ ਦੇ ਸੰਤੁਲਿਤ ਵਿਕਾਸ ਵਿੱਚ ਆਪਣਾ ਸਹੀ ਯੋਗਦਾਨ ਪਾ ਸਕੇ। ਇਸ ਦਾ ਮਤਲਬ ਕੀ ਹੈ ਇਸ ਤੋਂ ਭਾਵ ਹੈ ਹਰੇਕ ਵਿਅਕਤੀ ਨੂੰ ਸਿੱਖਿਆ ਦਾ ਸਮਾਨ ਮੌਕਾ ਪ੍ਰਦਾਨ ਕਰਨਾ ਤਾਂ ਕਿ ਉਹ ਕੀ ਹੈ ਸਮਾਜ ਦੇ ਸੰਤੁਲਿਤ ਵਿਕਾਸ ਵਿੱਚ ਆਪਣਾ ਸਹੀ ਯੋਗਦਾਨ ਪਾ ਸਕੇ। ਸੈਕਿੰਡ ਹੀ ਮਿਟਲਰ ਦੇ ਵਿਚਾਰ ਅਨੁਸਾਰ ਕਿ ਸਮਲਿਤ ਤੋਂ ਭਾਵ ਪਾਠਕ੍ਰਮ ਮੁਲਾਂਕਣ ਅਧਿਆਪਨ ਅਤੇ ਲੋਕਾਂ ਦੇ ਸਮੂਹ ਵਿੱਚ ਸੁਧਾਰ ਤੋਂ ਹੈ। ਸਮਲਿਤ ਤੋਂ ਭਾਵ ਕਿ ਪਾਠਕ੍ਰਮ ਵਿੱਚ ਹੀ ਮੁਲਾਂਕਣ ਵਿੱਚ ਅਤੇ ਅਧਿਆਪਨ ਵਿੱਚ ਲੋਕਾਂ ਦੇ ਸਮੂਹ ਵਿੱਚ ਸੁਧਾਰ ਤੋਂ ਹੈ। ਸਮਲਿਤ ਸਿੱਖਿਆ ਤੋਂ ਭਾਵ ਸਿੱਖਣ ਦੇ ਅਜਿਹੇ ਵਾਤਾਵਰਨ ਨੂੰ ਪ੍ਰੋਤਸਾਹਿਤ ਕਰਨਾ ਜਿਹੜੇ ਕਿਸੇ ਨਸਲ, ਜਾਤ, ਲਿੰਗ, ਸਮਰੱਥਾ, ਧਰਮ, ਸੱਭਿਆਚਾਰ, ਲਿੰਗ ਪ੍ਰਮਾਥਮਿਕਤਾ, ਸਿੱਖਣ ਸ਼ੈਲੀ ਅਤੇ ਭਾਸ਼ਾ ਦੇ ਭੇਦਭਾਵ ਕੀਤੇ ਬਿਨਾਂ ਸਿਖਿਆਰਥੀ ਦਾ ਸੰਪੂਰਨ ਨਿੱਜੀ, ਅਕੈਡਮਿਕ ਅਤੇ ਪੇਸ਼ਾਵਰ ਵਿਕਾਸ ਕਰੇ। ਕਹਿੰਦੇ ਸਮਲਿਤ ਸਿੱਖਿਆ ਤੋਂ ਭਾਵ ਸਿੱਖਿਆ ਦੇ ਅਜਿਹੇ ਵਾਤਾਵਰਨ ਨੂੰ ਪ੍ਰੋਤਸਾਹਿਤ ਕਰਨਾ ਹੈ ਜਿਹੜਾ ਕਿਸੇ ਨਸਲ, ਜਾਤ, ਲਿੰਗ, ਸਮਰੱਥਾ, ਧਰਮ, ਸੱਭਿਆਚਾਰ, ਲਿੰਗ ਪ੍ਰਮਾਥਮਿਕਤਾ ਅਤੇ ਸਿੱਖਣ ਸ਼ੈਲੀ, ਭਾਸ਼ਾ ਦੇ ਭੇਦਭਾਵ ਕੀਤੇ ਬਿਨਾਂ ਸਿਖਿਆਰਥੀ ਦਾ ਸੰਪੂਰਨ ਨਿੱਜੀ, ਅਕੈਡਮਿਕ ਅਤੇ ਪੇਸ਼ਾਵਰ ਵਿਕਾਸ ਕਰੇ। ਅਜਿਹਾ ਵਾਤਾਵਰਨ ਹੋਣਾ ਚਾਹੀਦਾ ਸਮਲਿਤ ਸਿੱਖਿਆ 'ਚ। ਕਹਿੰਦੇ ਹੁਣ ਇਹ ਦੇਖੋ ਸਮਲਿਤ ਸਿੱਖਿਆ ਵਿੱਚ ਕੀ ਹੈ, ਇਹ ਚਾਰਟ ਵੀ ਤੁਸੀਂ ਉੱਥੇ ਬਣਾ ਸਕਦੇ ਹੋ। ਸਮਲਿਤ ਸਿੱਖਿਆ ਕੀ ਹੈ, ਇਹਦੇ ਵਿੱਚ ਸਭ ਲਈ ਪਹੁੰਚ ਹੋਣੀ ਚਾਹੀਦੀ ਹੈ। ਇਹਦੇ ਵਿੱਚ ਵਿਭਿੰਨਤਾ ਦੀ ਪਛਾਣ ਕਰਨੀ ਚਾਹੀਦੀ, ਕਿਹੜਾ ਬੱਚੇ ਵਿੱਚ ਕੀ ਵਿਭਿੰਨਤਾ ਹੈ, ਉਹ ਕਿਸ ਤਰ੍ਹਾਂ ਅਲੱਗ ਹੈ। ਫਿਰ ਪ੍ਰਾਪਤੀਆਂ ਦੀ ਪਛਾਣ ਕਰਨੀ ਚਾਹੀਦੀ ਹੈ, ਬੱਚਿਆਂ ਦੀ ਪ੍ਰਾਪਤੀਆਂ ਕਿੰਨੀਆਂ ਕੁ ਹਨ ਉਹਨਾਂ ਨੂੰ, ਅਤੇ ਮਿਲ ਕੇ ਸਿੱਖਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਸਮਲਿਤ ਸਿੱਖਿਆ 'ਚ ਮਿਲ ਕੇ ਸਿੱਖਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਸਮਾਜਿਕ ਨਿਆਂ ਲਈ ਵਚਨਬੱਧਤਾ ਸਕੂਲ ਤਬਦੀਲੀ ਲਿਆ ਸਕਦਾ ਹੈ। ਸਮਾਜਿਕ ਨਿਆਂ ਲਈ ਜੋ ਵਚਨਬੱਧਤਾ ਸਮਲਿਤ ਸਿੱਖਿਆ ਕੀ ਹੈ, ਸਕੂਲ ਤਬਦੀਲੀ ਲਿਆ ਸਕਦਾ ਹੈ। ਸਮਲਿਤ ਸਿੱਖਿਆ ਦਾ ਯਤਨ ਅਜੇ ਨਵਾਂ ਕਨਸੈਪਟ ਹੈ ਜੀ। ਸਿੱਖਿਆ ਸ਼ਾਸਤਰੀਆਂ ਅਤੇ ਮਨੋਵਿਗਿਆਨਿਕਾਂ ਦਾ ਇਹ ਕਹਿਣਾ ਹੈ ਕਿ ਬੱਚਿਆਂ ਨੂੰ ਖਾਸ ਸਕੂਲਾਂ ਦੀ ਥਾਂ 'ਤੇ ਸਧਾਰਨ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਵੇ। ਜੋ ਵੀ ਮਨੋਵਿਗਿਆਨਿਕ ਹੈ ਅਤੇ ਉਹਨਾਂ ਦਾ ਕੀ ਕਹਿਣਾ, ਸਿੱਖਿਆ ਸ਼ਾਸਤਰੀਆਂ ਦਾ, ਬੱਚਿਆਂ ਨੂੰ ਖਾਸ ਸਕੂਲਾਂ ਦੀ ਥਾਂ 'ਤੇ ਸਧਾਰਨ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਵੇ। ਕਿਹੜੇ ਬੱਚੇ ਜੋ ਥੋੜ੍ਹੇ ਜਿਹੇ ਅਸਧਾਰਨ ਹਨ, ਮੰਦਬੁੱਧੀ ਵੀ ਹੋ ਸਕਦੇ ਹਨ ਅਤੇ ਹੈਂਡੀਕੈਪ ਵੀ ਥੋੜ੍ਹੇ ਹੋ ਸਕਦੇ ਹਨ। ਭਾਰਤ ਵਿੱਚ ਸਮਲਿਤ ਸਿੱਖਿਆ ਅਮਰੀਕਾ ਦੀ ਮੁੱਖ ਧਾਰਾ ਅੰਦੋਲਨ ਦਾ ਸਿੱਟਾ ਹੈ। ਭਾਰਤ ਵਿੱਚ ਜੋ ਸਮਲਿਤ ਸਿੱਖਿਆ ਦਾ ਕਨਸੈਪਟ ਹੈ, ਅਮਰੀਕਾ ਦੀ ਜੋ ਮੁੱਖ ਧਾਰਾ ਅੰਦੋਲਨ ਦਾ ਹੀ ਉਹਦਾ ਹੀ ਸਿੱਟਾ ਹੈ। ਇਸ ਦਾ ਮੁੱਖ ਉਦੇਸ਼ ਅਸਮਰਥ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਲੈ ਕੇ ਆਉਣਾ। ਅਸਮਰਥ ਬੱਚਿਆਂ ਨੂੰ ਉਹਨਾਂ ਨੂੰ ਕੀ ਹੈ, ਮੁੱਖ ਧਾਰਾ ਵਿੱਚ ਲੈ ਕੇ ਆਉਣਾ। ਇਹ ਅਸਮਰਥ ਬੱਚੇ ਸਧਾਰਨ ਜਮਾਤਾਂ ਵਿੱਚ ਪੜ੍ਹਨ ਅਤੇ ਆਪਣੇ ਆਪ ਨੂੰ ਦੂਸਰਿਆਂ ਤੋਂ ਅਲੱਗ ਨਾ ਸਮਝਣ। ਸਧਾਰਨ ਇੱਕੋ ਜਿਹੇ ਕਲਾਸਰੂਮਾਂ ਵਿੱਚ ਪੜ੍ਹਨ ਦੇ ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਨਾ ਸਮਝਣ। ਉਮਾ ਤੁਲੀ ਦੇ ਅਨੁਸਾਰ ਸਮਲਿਤ ਸਿੱਖਿਆ ਇੱਕ ਪ੍ਰਕਿਰਿਆ ਹੈ। ਸਮਲਿਤ ਸਿੱਖਿਆ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਹਰੇਕ ਸਕੂਲ ਬਾਲਕਾਂ ਦੀ ਸਰੀਰਕ, ਸਵਿਗਾਤਮਕ ਅਤੇ ਸਿੱਖਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਸੰਸਾਧਨਾਂ ਦਾ ਵਿਸਤਾਰ ਕਰਦਾ ਹੈ। ਸਮਲਿਤ ਸਿੱਖਿਆ ਕਹਿੰਦੇ ਇੱਕ ਪ੍ਰਕਿਰਿਆ ਜਿਸ ਵਿੱਚ ਹਰੇਕ ਸਕੂਲ ਬਾਲਕਾਂ ਦੀ ਸਰੀਰਕ, ਸਵਿਗਾਤਮਕ, ਸਿੱਖਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਸੰਸਾਧਨਾਂ ਦਾ ਵਿਸਤਾਰ ਕਰਦਾ ਹੈ। ਅੰਤ ਵਿੱਚ ਸਮਲਿਤ ਸਿੱਖਿਆ ਸਧਾਰਨ ਅਤੇ ਅਸਮਰਥ ਬੱਚਿਆਂ ਦੇ ਇੱਕ ਸਧਾਰਨ ਜਮਾਤ ਵਿੱਚ ਸਮਲਿਤ ਕਰਨਾ ਹੈ। ਸਮਲਿਤ ਸਿੱਖਿਆ ਕੀ ਹੈ, ਸਧਾਰਨ ਅਤੇ ਅਸਮਰਥ ਬੱਚਿਆਂ ਦੇ ਇੱਕ ਸਧਾਰਨ ਜਮਾਤ ਵਿੱਚ ਸਮਲਿਤ ਕਰਨਾ ਹੀ ਸਿੱਖਿਆ ਹੈ, ਤਾਂ ਕਿ ਇਹਨਾਂ ਬੱਚਿਆਂ ਨੂੰ ਆਪਣੀਆਂ ਵਿੱਦਿਅਕ ਜ਼ਰੂਰਤਾਂ ਦੇ ਅਨੁਸਾਰ ਵਾਤਾਵਰਨ ਪ੍ਰਾਪਤ ਹੋ ਸਕੇ। ਇਹਨਾਂ ਬੱਚਿਆਂ ਦਾ ਸੰਪੂਰਨ ਵਿਕਾਸ ਹੋ ਸਕੇ ਸਮਲਿਤ ਸਿੱਖਿਆ ਉਹ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਸਾਰੇ ਬੱਚਿਆਂ ਨੂੰ, ਚਾਹੇ ਉਹ ਅਸਮਰਥ ਹੋਵੇ ਜਾਂ ਸਧਾਰਨ, ਸਮਾਜ ਵਿੱਚ ਇੱਕ ਉਚਿਤ ਸਥਾਨ ਮਿਲ ਸਕੇ। ਸਮਲਿਤ ਸਿੱਖਿਆ ਇੱਕ ਅਜਿਹੀ ਸਿੱਖਿਆ ਜਿਸ ਵਿੱਚ ਸਾਰੇ ਬੱਚਿਆਂ ਨੂੰ, ਭਾਵੇਂ ਉਹ ਸਮਰਥ ਹੋਵੇ ਜਾਂ ਸਧਾਰਨ, ਸਮਾਜ ਵਿੱਚ ਇੱਕ ਉਚਿਤ ਸਥਾਨ ਮਿਲ ਸਕੇ ਅਤੇ ਉਹਨਾਂ ਦੀਆਂ ਸ਼ਕਤੀਆਂ ਅਤੇ ਯੋਗਤਾਵਾਂ ਦਾ ਪੂਰਨ ਵਿਕਾਸ ਹੋ ਸਕੇ। ਇਹ ਸਮਲਿਤ ਸਿੱਖਿਆ ਦਾ ਅਰਥ ਹੈ। ਸਮਲਿਤ ਸਿੱਖਿਆ ਦੀਆਂ ਵਿਸ਼ੇਸ਼ਤਾਵਾਂ ਕੀ ਹਨ, ਕੀ ਗੁਣ ਹਨ, ਕੀ ਵਿਸ਼ੇਸ਼ਤਾਵਾਂ ਹਨ। 5 ਮਾਰਕਸ 'ਚ ਕੁਐਸਚਨ ਆ ਸਕਦਾ ਹੈ। ਸਿੱਖਿਆ ਦੇ ਅਧਿਕਾਰ ਦੀ ਪੂਰਤੀ। ਸਿੱਖਿਆ ਦੇ ਮੌਲਿਕ ਫਸਟ ਪੁਆਇੰਟ ਹੈ, ਸਿੱਖਿਆ ਅਧਿਕਾਰ ਦੀ ਪੂਰਤੀ। ਸਿੱਖਿਆ ਦੇ ਮੌਲਿਕ ਅਧਿਕਾਰ ਨੂੰ ਸਿਧਾਂਤਿਕ ਅਤੇ ਵਿਵਹਾਰਿਕ ਰੂਪ ਵਿੱਚ ਸਵੀਕਾਰ ਕਰਨਾ ਸਿੱਖਿਆ ਦੀ ਮੁੱਖ ਵਿਸ਼ੇਸ਼ਤਾ ਹੈ। ਸਿੱਖਿਆ ਦੇ ਮੌਲਿਕ ਅਧਿਕਾਰ ਨੂੰ ਸਿਧਾਂਤਿਕ ਅਤੇ ਵਿਵਹਾਰਿਕ ਰੂਪ ਵਿੱਚ ਸਵੀਕਾਰ ਕਰਨਾ ਸਿੱਖਿਆ ਦੀ ਮੁੱਖ ਵਿਸ਼ੇਸ਼ਤਾ ਹੈ। ਸਮਲਿਤ ਸਿੱਖਿਆ ਵਿੱਚ ਕੋਈ ਵੀ ਸਕੂਲ ਘੱਟ ਸਰੀਰਕ, ਮਾਨਸਿਕ ਅਤੇ ਆਰਥਿਕ ਪੱਧਰ ਦੇ ਆਧਾਰ 'ਤੇ ਬੱਚਿਆਂ ਨੂੰ ਦਾਖਲਾ ਲੈਣ ਤੋਂ ਵਾਂਝਾ ਨਹੀਂ ਕਰ ਸਕਦਾ। ਸਮਲਿਤ ਸਿੱਖਿਆ ਵਿੱਚ ਕੀ ਹੈ, ਕੋਈ ਵੀ ਸਕੂਲ ਜੋ ਹੈ, ਜੇ ਕਿਸੇ ਦੀ ਘੱਟ ਸਰੀਰਕ, ਮਾਨਸਿਕ ਜਾਂ ਆਰਥਿਕ ਪੱਧਰ ਦੇ ਆਧਾਰ 'ਤੇ ਬੱਚਿਆਂ ਨੂੰ ਦਾਖਲਾ ਲੈਣ ਤੋਂ ਵਾਂਝਾ ਨਹੀਂ ਕਰ ਸਕਦਾ, ਰੋਕ ਨਹੀਂ ਸਕਦਾ। ਜੇਕਰ ਬੱਚੇ ਨੂੰ ਸਧਾਰਨ ਸਕੂਲਾਂ ਵਿੱਚ ਸਿੱਖਿਆ ਲੈਣ ਦਾ ਅਧਿਕਾਰ ਹੈ ਤਾਂ ਇਹ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਹਰੇਕ ਬੱਚੇ ਨੂੰ ਸਧਾਰਨ ਸਕੂਲਾਂ ਵਿੱਚ ਸਿੱਖਿਆ ਲੈਣ ਦਾ ਅਧਿਕਾਰ ਹੈ,
ਇਹ ਸਰਕਾਰ ਦੀ ਕਿਹੜੀ ਹੈ, ਮੁੱਢਲੀ ਜ਼ਿੰਮੇਵਾਰੀ ਹੈ। ਸੈਕਿੰਡ ਪੁਆਇੰਟ ਹੈ ਵਿਅਕਤੀਗਤ ਵਿਭਿੰਨਤਾਵਾਂ ਦੀ ਪਛਾਣ। ਵਿਅਕਤੀਗਤ ਵਿਭਿੰਨਤਾਵਾਂ ਦੀ ਪਛਾਣ ਸਮੂਹਿਕ ਸਿੱਖਿਆ ਵਿੱਚ ਕੀ ਹੈ, ਬੱਚਿਆਂ ਦੀਆਂ ਵਿਅਕਤੀਗਤ ਵਿਭਿੰਨਤਾਵਾਂ ਜਿਵੇਂ ਸਰੀਰਕ, ਸਮਾਜਿਕ, ਮਾਨਸਿਕ, ਸੱਭਿਆਚਾਰਿਕ ਆਦਿ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਇਹਨਾਂ ਵਿਭਿੰਨਤਾਵਾਂ ਦੇ ਆਧਾਰ 'ਤੇ ਉਹਨਾਂ ਨੂੰ ਉਚਿਤ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਸਮੂਹਿਕ ਸਿੱਖਿਆ ਵਿੱਚ ਕੀ ਬੱਚਿਆਂ ਦੀਆਂ ਵਿਅਕਤੀਗਤ ਵਿਭਿੰਨਤਾਵਾਂ ਜਿਵੇਂ ਉਹਨਾਂ ਦੀ ਸਰੀਰਕ 'ਚ ਕੀ ਵਿਭਿੰਨਤਾਵਾਂ, ਮਾਨਸਿਕ ਕੀ ਹਨ, ਸਮਾਜਿਕ ਵਿਭਿੰਨਤਾਵਾਂ ਕੀ ਹਨ, ਸੱਭਿਆਚਾਰਕ ਕੀ ਹਨ, ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਇਹਨਾਂ ਵਿਭਿੰਨਤਾਵਾਂ ਦੇ ਆਧਾਰ 'ਤੇ ਉਹਨਾਂ ਨੂੰ ਉਚਿਤ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਕਿ ਉਹ ਆਪਣੀਆਂ ਸਮਰੱਥਾਵਾਂ, ਯੋਗਤਾਵਾਂ, ਰੁਚੀਆਂ ਅਤੇ ਹੁਨਰਾਂ ਦੇ ਆਧਾਰ ਉੱਪਰ ਵਿਅਕਤੀਗਤ ਵਿਕਾਸ ਕਰ ਸਕਣ, ਤਾਂ ਜੋ ਉਹ ਆਪਣੀ ਸਮਰੱਥਾਵਾਂ, ਯੋਗਤਾਵਾਂ, ਰੁਚੀਆਂ ਅਤੇ ਹੁਨਰਾਂ ਦੇ ਆਧਾਰ ਉੱਤੇ ਵਿਅਕਤੀਗਤ ਵਿਕਾਸ ਕਰ ਸਕਣ। ਤੀਜਾ ਆਪਣਾ ਹੀ ਸਾਰਿਆਂ ਨੂੰ ਸਿੱਖਿਆ। ਸਮੂਹਿਕ ਸਿੱਖਿਆ ਕੀ ਹੈ, ਨੀਤੀ ਵਿੱਚ ਸਧਾਰਨ ਅਤੇ ਸਿੱਖਿਆ ਤੋਂ ਵਾਂਝੇ ਬੱਚਿਆਂ ਦੇ ਲਈ ਸਮੂਹ ਸਕੂਲਾਂ ਵਿੱਚ ਸਾਰਿਆਂ ਦੇ ਲਈ ਸਿੱਖਿਆ ਦਾ ਪ੍ਰਬੰਧ ਕਰਨਾ ਹੈ। ਸਮੂਹਿਕ ਸਿੱਖਿਆ ਵਿੱਚ ਕੀ ਕਹਿੰਦੇ ਨੇ, ਸਧਾਰਨ ਅਤੇ ਸਿੱਖਿਆ ਤੋਂ ਵਾਂਝੇ ਬੱਚੇ ਹਨ ਜੋ ਉਹਨਾਂ ਨੂੰ ਸਮੂਹ ਸਕੂਲਾਂ ਵਿੱਚ ਸਾਰਿਆਂ ਦੇ ਲਈ ਸਿੱਖਿਆ ਦਾ ਪ੍ਰਬੰਧ ਕਰਨਾ ਹੈ। ਭਾਵ ਹਰੇਕ ਸਿਖਿਆਰਥੀ ਕਿਸੇ ਵੀ ਸਕੂਲ ਵਿੱਚ ਦਾਖਲ ਹੋ ਕੇ ਸਿੱਖਿਆ ਪ੍ਰਾਪਤ ਕਰ ਸਕਦਾ। ਇਸ ਵਿੱਚ ਹਰੇਕ ਸਿਖਿਆਰਥੀ, ਵਿਦਿਆਰਥੀ ਕਿਸੇ ਵੀ ਸਕੂਲ ਵਿੱਚ ਦਾਖਲ ਹੋ ਕੇ ਸਿੱਖਿਆ ਪ੍ਰਾਪਤ ਕਰ ਸਕਦਾ, ਸਿੱਖਿਆ ਦੇ ਸਮਾਨ ਮੌਕੇ ਪ੍ਰਾਪਤ ਕਰ ਸਕਦਾ ਅਤੇ ਸਿੱਖਿਆ ਦੇ ਸਮਾਨ ਮੌਕੇ ਵੀ ਪ੍ਰਾਪਤ ਕਰ ਸਕਦਾ ਹੈ। ਫੋਰਥ ਹੈਗਾ ਜੀ ਲਚਕੀਲੀ ਨੀਤੀ। ਲਚਕੀਲੀ ਮਤਲਬ ਇਸ ਦਾ ਪਾਠਕ੍ਰਮ ਲਚਕੀਲਾ ਉਹ ਹੁੰਦਾ ਜਿਸ ਨੂੰ ਬਦਲਿਆ ਜਾ ਸਕੇ, ਜਿਸ 'ਚ ਫਲੈਕਸੀਬਿਲਿਟੀ ਹੋ ਸਕੇ, ਲੋੜ ਅਨੁਸਾਰ ਜਿਸ ਨੂੰ ਘਟਾਇਆ ਵਧਾਇਆ ਜਾ ਸਕੇ। ਸਮੂਹਿਕ ਸਿੱਖਿਆ ਦੀ ਇੱਕ ਹੋਰ ਵਿਸ਼ੇਸ਼ਤਾ ਬੱਚਿਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਪਾਠਕ੍ਰਮ ਦਾ ਲਚਕੀਲਾ ਹੋਣਾ ਹੈ। ਸਮੂਹਿਕ ਸਿੱਖਿਆ ਦੀ ਇੱਕ ਹੋਰ ਵਿਸ਼ੇਸ਼ਤਾ ਕੀ ਹੈ ਜੀ, ਬੱਚਿਆਂ ਦੀ ਜ਼ਰੂਰਤਾਂ ਅਨੁਸਾਰ ਪਾਠਕ੍ਰਮ ਦਾ ਲਚਕੀਲਾ ਹੋਣਾ ਹੈ। ਇਹ ਇੱਕ ਅਨੋਖੀ ਵਿਸ਼ੇਸ਼ਤਾ ਹੈ ਜਿਸ ਦੇ ਕਾਰਨ ਸਧਾਰਨ ਅਤੇ ਵਿਸ਼ੇਸ਼ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹਦੇ ਨਾਲ ਸਧਾਰਨ ਅਤੇ ਵਿਸ਼ੇਸ਼ ਜੋ ਉਦੇਸ਼ ਹਨ ਉਹਨਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਨੀਤੀ ਦੇ ਅਧੀਨ ਹਰੇਕ ਸਿਖਿਆਰਥੀ ਦੀਆਂ ਵਿਅਕਤੀਗਤ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦੇ ਢੰਗਾਂ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਨੀਤੀ ਦੇ ਅਧੀਨ ਕੀ ਹੈ ਜੀ, ਹਰੇਕ ਸਿਖਿਆਰਥੀ ਦੀਆਂ ਵਿਅਕਤੀਗਤ ਜੋ ਲੋੜਾਂ ਹਨ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦੇ ਢੰਗਾਂ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ। ਫਿਫਥ ਪੁਆਇੰਟ ਆਪਣਾ ਇੱਕ ਸਮਾਯੋਜਿਤ ਪ੍ਰਕਿਰਿਆ। ਐਡਜਸਟਮੈਂਟ ਨੂੰ ਸਮਾਯੋਜਨ ਕਿਹਾ ਜਾਂਦਾ ਹੈ। ਸਮੂਹਿਕ ਸਿੱਖਿਆ ਵਿੱਚ ਹੀ ਸਿੱਖਿਆ ਦੇ ਉਦੇਸ਼ਾਂ ਦੀ ਪੂਰਤੀ ਲਈ ਰਾਸ਼ਟਰੀ ਅਤੇ ਰਾਜ ਪੱਧਰ ਤੱਕ ਨੀਤੀਆਂ ਦ੍ਰਿੜ ਹਨ। ਸਮੂਹਿਕ ਸਿੱਖਿਆ ਵਿੱਚ ਕੀ ਸਿੱਖਿਆ ਦੇ ਉਦੇਸ਼ਾਂ ਦੀ ਪੂਰਤੀ ਲਈ ਰਾਸ਼ਟਰੀ ਅਤੇ ਰਾਜ ਪੱਧਰ ਤੱਕ ਜੋ ਨੀਤੀਆਂ ਦ੍ਰਿੜ ਹਨ, ਇਹਨਾਂ ਨੀਤੀਆਂ ਦਾ ਨਿਯੋਜਨ ਵੀ ਬੜੇ ਸਫਲ ਤਰੀਕੇ ਨਾਲ ਕੀਤਾ ਜਾਂਦਾ ਹੈ। ਇਹਨਾਂ ਨੀਤੀਆਂ ਦਾ ਜੋ ਨਿਯੋਜਨ ਹੈ ਬਣਾਈਆਂ ਜਾਂਦੀਆਂ ਹਨ ਅਤੇ ਬੜੇ ਸਫਲ ਤਰੀਕੇ ਨਾਲ ਇਹਨਾਂ ਨਿਯੋਜਨ ਕੀਤਾ ਜਾਂਦਾ ਹੈ। ਇਸ ਗੱਲ 'ਤੇ ਵੀ ਜ਼ੋਰ ਦਿੰਦੇ ਨੇ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਵੀ ਤਰ੍ਹਾਂ ਸਿੱਖਿਆ ਤੋਂ ਵਾਂਝੇ ਨਾ ਰਹਿਣ। ਇਸ ਗੱਲ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਜੋ ਹਨ ਉਹ ਕਿਸੇ ਵੀ ਗੱਲ ਕਰਕੇ ਸਿੱਖਿਆ ਤੋਂ ਵਾਂਝੇ ਨਾ ਰਹਿਣ ਅਤੇ ਸਮਾਜ ਵਿੱਚ ਵਿਕਾਸ ਦੇ ਬਰਾਬਰ ਮੌਕੇ ਉਹਨਾਂ ਨੂੰ ਹਾਸਲ ਕਰਨ ਅਤੇ ਸਮਾਜ ਵਿੱਚ ਉਹ ਬਰਾਬਰ ਮੌਕੇ ਵਿਕਾਸ ਦੇ ਹਾਸਲ ਕਰਨ। ਛੇਵਾਂ ਆਪਣਾ ਹੀ ਸਮਾਜ ਦੀ ਭਾਗੀਦਾਰੀ। ਸਮੂਹਿਕ ਸਿੱਖਿਆ ਦੀ ਇੱਕ ਹੋਰ ਵਿਸ਼ੇਸ਼ਤਾ ਸਮਾਜ ਅਤੇ ਮਾਤਾ ਪਿਤਾ ਦੀ ਭਾਗੀਦਾਰੀ ਹੈ। ਸਮੂਹਿਕ ਸਿੱਖਿਆ ਦੀ ਇੱਕ ਹੋਰ ਵਿਸ਼ੇਸ਼ਤਾ ਕੀ ਹੈ, ਸਮਾਜ ਅਤੇ ਮਾਤਾ ਪਿਤਾ ਦੀ ਭਾਗੀਦਾਰੀ। ਮਾਤਾ ਪਿਤਾ ਅਤੇ ਸਮਾਜ ਦੇ ਸੰਯੋਗ ਉੱਪਰ ਹੀ ਇਸ ਦੀ ਸਫਲਤਾ ਨਿਰਭਰ ਕਰਦੀ ਹੈ। ਮਾਤਾ ਪਿਤਾ ਅਤੇ ਸਮਾਜ ਦੇ ਸੰਯੋਗ ਉੱਪਰ ਹੀ ਇਸ ਦੀ ਕੀ ਕਰਦੀ ਹੈ, ਸਫਲਤਾ ਨਿਰਭਰ ਕਰਦੀ ਹੈ। 7 ਪੁਆਇੰਟ ਹੈ ਮਨੋਵਿਗਿਆਨਿਕ। ਸਮੂਹਿਕ ਸਿੱਖਿਆ ਇੱਕ ਮਨੋਵਿਗਿਆਨਿਕ ਪ੍ਰਕਿਰਿਆ ਹੈ। ਸਮੂਹਿਕ ਸਿੱਖਿਆ ਕੀ ਹੈ, ਇੱਕ ਮਨੋਵਿਗਿਆਨਿਕ ਪ੍ਰਕਿਰਿਆ ਹੈ ਕਿਉਂਕਿ ਇਸ ਵਿੱਚ ਬੱਚਿਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਸਮੂਹਿਕ ਸਿੱਖਿਆ ਕੀ ਹੈ, ਇੱਕ ਮਨੋਵਿਗਿਆਨਿਕ ਪ੍ਰਕਿਰਿਆ ਹੈ ਕਿਉਂਕਿ ਇਸ ਵਿੱਚ ਕੀ ਹੈ, ਬੱਚਿਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਅੱਠਵਾਂ ਪੁਆਇੰਟ ਹੈ ਵਿਸ਼ੇਸ਼ ਸਿੱਖਿਅਕ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਮਨਜ਼ੂਰੀ ਅਤੇ ਸਮਰਥਨ। ਵਿਸ਼ੇਸ਼ ਸਿੱਖਿਅਕ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਮਨਜ਼ੂਰੀ ਅਤੇ ਸਮਰਥਨ। ਸਮੂਹਿਕ ਸਿੱਖਿਆ ਕੀ ਹੈ, ਇਹ ਵਿਸ਼ੇਸ਼ ਸਿੱਖਿਅਕ ਜ਼ਰੂਰਤਾਂ ਵਾਲੇ ਬੱਚਿਆਂ ਚਾਹੇ ਉਹ ਕਿਸੇ ਵੀ ਯੋਗਤਾ ਦੇ ਹੋਣ ਨੂੰ ਸਵੀਕਾਰ ਕਰਦੀ ਹੈ। ਸਮੂਹਿਕ ਸਿੱਖਿਆ ਕੀ ਵਿਸ਼ੇਸ਼ ਸਿੱਖਿਆ ਜ਼ਰੂਰਤਾਂ ਵਾਲੇ ਬੱਚੇ ਚਾਹੇ ਉਹ ਕਿਸੇ ਵੀ ਕਿਸਮ ਯੋਗਤਾ ਵਾਲੇ ਹੋਣ ਉਹਨਾਂ ਨੂੰ ਸਵੀਕਾਰ ਕਰਦੀ ਹੈ, ਅਰਥਾਤ ਉਹਨਾਂ ਦੇ ਵਿਕਾਸ ਲਈ ਸੰਪੂਰਨ ਸਹਾਇਤਾ ਅਤੇ ਸਮਰੱਥਾ ਪ੍ਰਦਾਨ ਕਰਦੀ ਹੈ। ਉਹਨਾਂ ਦੇ ਵਿਕਾਸ ਲਈ ਕੀ ਸੰਪੂਰਨ ਸਹਾਇਤਾ ਅਤੇ ਸਮਰੱਥਾ ਪ੍ਰਦਾਨ ਕਰਦੀ ਹੈ। ਇਹ ਸਿੱਖਿਆ ਇਹਨਾਂ ਵਿਦਿਆਰਥੀਆਂ ਨੂੰ ਇਹਨਾਂ ਦੀ ਵਿਸ਼ੇਸ਼ ਜ਼ਰੂਰਤਾਂ ਦੇ ਅਨੁਸਾਰ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹੁੰਦੀ ਹੈ। ਇਹ ਸਿੱਖਿਆ ਇਹਨਾਂ ਵਿਦਿਆਰਥੀਆਂ ਨੂੰ ਇਹਨਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਦੇ ਅਨੁਸਾਰ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹੁੰਦੀ ਹੈ ਅਤੇ ਸਮਾਨ ਰੂਪ ਵਿੱਚ ਵਿਕਾਸ ਕਰਨ ਲਈ ਸੰਯੋਗੀ ਅਤੇ ਸਹਾਈ ਹੁੰਦੀ ਹੈ। ਇਹ ਸਿੱਖਿਆ ਕੀ ਹੈ, ਇਹਨਾਂ ਸਿਖਿਆਰਥੀਆਂ ਨੂੰ ਇਹਨਾਂ ਦੀ ਵਿਸ਼ੇਸ਼ ਜ਼ਰੂਰਤਾਂ ਅਨੁਸਾਰ ਸਿੱਖਿਆ ਪ੍ਰਦਾਨ ਕਰਨ ਵਿੱਚ ਯਤਨਸ਼ੀਲ ਹੁੰਦੀ ਹੈ ਅਤੇ ਸਮਾਨ ਰੂਪ ਵਿੱਚ ਵਿਕਾਸ ਕਰਨ ਲਈ ਇਹਨੂੰ ਸੰਯੋਗੀ ਅਤੇ ਸਹਾਈ ਹੁੰਦੀ ਹੈ ਜੀ। 9th ਪੁਆਇੰਟ ਹੈਗਾ
ਸਧਾਰਨ ਅਤੇ ਵਿਸ਼ੇਸ਼ ਸਿੱਖਿਆ ਵਿੱਚ ਨਿਕਟ ਸੰਬੰਧ। ਸਮਲਿਤ ਸਿੱਖਿਆ ਜੀ ਸਧਾਰਨ ਅਤੇ ਵਿਸ਼ੇਸ਼ ਸਿੱਖਿਆ, ਰਸਮੀ ਅਤੇ ਗੈਰ ਰਸਮੀ ਸਿੱਖਿਆ, ਸਕੂਲ ਅਤੇ ਪਰਿਵਾਰ ਆਦਿ ਵਿੱਚ ਨਿਕਟ ਸੰਬੰਧ ਸਥਾਪਿਤ ਕਰਦੀ ਹੈ। ਸਮਲਿਤ ਸਿੱਖਿਆ ਕੀ ਸਧਾਰਨ ਅਤੇ ਵਿਸ਼ੇਸ਼ ਸਿੱਖਿਆ, ਰਸਮੀ ਗੈਰ ਰਸਮੀ ਸਿੱਖਿਆ, ਸਕੂਲ ਅਤੇ ਪਰਿਵਾਰ ਆਦਿ ਵਿੱਚ ਕੀ ਨਿਕਟ ਸੰਬੰਧ ਸਥਾਪਿਤ ਕਰਦੀ ਹੈ ਤਾਂ ਕਿ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲ ਸਕੇ ਅਤੇ ਉਹਨਾਂ ਅੰਦਰ ਇੱਕ ਦੂਜੇ ਪ੍ਰਤੀ ਹਮਦਰਦੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਉਤਪੰਨ ਹੋ ਸਕੇ। ਹਾਂਜੀ, ਜੋ ਸਮਲਿਤ ਸਿੱਖਿਆ ਕੀ ਸਧਾਰਨ ਅਤੇ ਵਿਸ਼ੇਸ਼ ਸਿੱਖਿਆ, ਰਸਮੀ ਅਤੇ ਗੈਰ ਰਸਮੀ ਸਿੱਖਿਆ ਜੋ ਹੈ ਸਕੂਲ ਅਤੇ ਪਰਿਵਾਰ ਦੀ ਸਿੱਖਿਆ ਆਦਿ ਦੇ ਨਾਲ ਨਿਕਟ ਸੰਬੰਧ ਸਥਾਪਿਤ ਕਰਦੀ ਹੈ ਤਾਂ ਕਿ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲ ਸਕੇ ਅਤੇ ਉਹਨਾਂ ਅੰਦਰ ਇੱਕ ਦੂਜੇ ਪ੍ਰਤੀ ਕੀ ਹੈ ਹਮਦਰਦੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਉਤਪੰਨ ਹੋ ਸਕੇ। 10th ਪੁਆਇੰਟ ਆਪਣਾ, ਸਮਲਿਤ ਸਿੱਖਿਆ ਕੇਵਲ ਅਸਮਰਥਾ ਨਾਲ ਸੰਬੰਧਿਤ ਨਹੀਂ ਹੈ। ਸਮਲਿਤ ਸਿੱਖਿਆ ਕੀ ਕਹਿੰਦੇ ਕੇਵਲ ਵਿਸ਼ੇਸ਼ ਸਿੱਖਿਆ ਹੀ ਨਹੀਂ ਹੈ ਬਲਕਿ ਇਸ ਤੋਂ ਵੀ ਕਿਤੇ ਜ਼ਿਆਦਾ ਵਿਸ਼ਾਲ ਧਾਰਨਾ ਹੈ। ਸਮਲਿਤ ਸਿੱਖਿਆ ਦਾ ਸੰਬੰਧ ਉਹਨਾਂ ਸਾਰੇ ਬੱਚਿਆਂ ਨਾਲ ਹੈ ਜਿਹੜੇ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਹਨ। ਸਮਲਿਤ ਸਿੱਖਿਆ ਦਾ ਸੰਬੰਧ ਕਿਹਨਾਂ ਨਾਲ ਹੀ? ਉਹ ਸਾਰੇ ਬੱਚਿਆਂ ਨਾਲ ਹੈ ਜੋ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਹਨ। ਹਰੇਕ ਉਹ ਬੱਚਾ ਜੋ 6 ਤੋਂ 14 ਸਾਲ ਦੀ ਉਮਰ ਦਾ ਧਾਰਨੀ ਹੈ ਉਹ ਸਿੱਖਿਆ ਪ੍ਰਾਪਤ ਕਰਨ ਦਾ ਹੱਕਦਾਰ ਹੈ। ਜੋ ਬੱਚਾ 6 ਤੋਂ 14 ਸਾਲ ਦਾ ਉਹ ਸਿੱਖਿਆ ਪ੍ਰਾਪਤ ਕਰਨ ਦਾ ਕਹਿੰਦੀ ਹੱਕਦਾਰ ਹੈ। ਉਸ ਦੀ ਅਸਮਰਥਾ ਸਮਾਜ ਦੇ ਸੀਮਿਤ ਵਰਗਾਂ ਨਾਲ ਸੰਬੰਧਿਤ ਜਾਂ ਕਮਜ਼ੋਰ ਲਿੰਗ ਨਾਲ ਸੰਬੰਧਿਤ ਉਸ ਨੂੰ ਸਿੱਖਿਆ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਉਸ ਦੀ ਸਮਰੱਥਾ ਕਾਰਨ ਜਾਂ ਸਮਾਜ ਦੇ ਸੀਮਿਤ ਵਰਗਾਂ ਨਾਲ ਸੰਬੰਧਿਤ ਹੋਣ ਕਾਰਨ ਜਾਂ ਕਮਜ਼ੋਰ ਲਿੰਗ ਨਾਲ ਕੀ ਹੈ ਸੰਬੰਧਿਤ ਹੋਣ ਨਾਲ ਉਸ ਨੂੰ ਸਿੱਖਿਆ ਤੋਂ ਵਾਂਝਾ ਨਹੀਂ ਕਰ ਸਕਦੇ। 11th ਪੁਆਇੰਟ ਆਪਣਾ, ਅਧਿਆਪਕ ਸਿੱਖਣ ਨੂੰ ਸਮਰਥਨ। ਸਮਲਿਤ ਸਿੱਖਿਆ ਪੂਰਵ ਸਿੱਖਿਆ ਦੇ ਅਧਿਆਪਕਾਂ ਨੂੰ ਮਹੱਤਵ ਦਿੰਦੀ ਹੈ। ਸਮਲਿਤ ਸਿੱਖਿਆ ਕੀ ਪੂਰਵ ਸਿੱਖਿਆ ਜੋ ਪਹਿਲਾਂ ਤੋਂ ਸਿੱਖਿਆ ਤੇ ਅਧਿਆਪਕ ਹਨ ਉਹਨਾਂ ਨੂੰ ਮਹੱਤਵ ਦਿੰਦੀ ਹੈ। ਬੱਚਿਆਂ ਦੀਆਂ ਵਿੱਦਿਅਕ ਜ਼ਰੂਰਤਾਂ ਦੀ ਪੂਰਤੀ ਲਈ ਸਧਾਰਨ ਅਤੇ ਵਿਸ਼ੇਸ਼ ਅਧਿਆਪਕ ਮਿਲ ਕੇ ਕੰਮ ਕਰਦੇ ਹਨ। ਬੱਚਿਆਂ ਦੀ ਵਿੱਦਿਅਕ ਜ਼ਰੂਰਤਾਂ ਦੀ ਪੂਰਤੀ ਲਈ ਸਧਾਰਨ ਜੋ ਅਧਿਆਪਕ ਹੁੰਦੇ ਹਨ ਅਤੇ ਜੋ ਸਪੈਸ਼ਲ ਇਸੇ ਕੰਮ ਲਈ ਅਧਿਆਪਕ ਹੁੰਦੇ ਹਨ ਉਹ ਮਿਲ ਕੇ ਕੰਮ ਕਰਦੇ ਹਨ। ਇਸ ਲਈ ਇਹਨਾਂ ਅਧਿਆਪਕਾਂ ਦਾ ਅਧਿਆਪਕ ਸਿਖਲਾਈ ਪ੍ਰਾਪਤ ਹੋਣਾ ਲਾਜ਼ਮੀ ਹੈ। ਇਸ ਲਈ ਇਹਨਾਂ ਅਧਿਆਪਕਾਂ ਦਾ ਕਈ ਸਿਖਲਾਈ ਪ੍ਰਾਪਤ ਹੋਣਾ ਲਾਜ਼ਮੀ ਹੈ। ਇਹ ਆਪਣੀ ਸਿਖਲਾਈ ਦੌਰਾਨ ਅਜਿਹੇ ਬੱਚਿਆਂ ਦੀ ਵਿਸ਼ੇਸ਼ ਅਧਿਆਪਕਾਂ ਨਾਲ ਮਿਲ ਕੇ ਜ਼ਰੂਰੀ ਰਣਨੀਤੀ ਬਣਾਉਣ ਅਤੇ ਵਰਤਣ ਦੀ ਸਮਰੱਥਾ ਰੱਖਦੇ ਹੋਣ। ਹਾਂਜੀ, ਇਸ ਲਈ ਇਹਨਾਂ ਅਧਿਆਪਕਾਂ ਦੀ ਸਿਖਲਾਈ ਪ੍ਰਾਪਤ ਹੋਣਾ ਲਾਜ਼ਮੀ ਹੈ ਅਤੇ ਇਹ ਆਪਣੀ ਸਿਖਲਾਈ ਦੌਰਾਨ ਅਜਿਹੇ ਬੱਚੇ ਦੀਆਂ ਵਿਸ਼ੇਸ਼ ਅਧਿਆਪਕਾਂ ਨਾਲ ਮਿਲ ਕੇ ਅਜਿਹੇ ਬੱਚੇ ਦੇ ਜੋ ਵਿਸ਼ੇਸ਼ ਅਧਿਆਪਕ ਹਨ ਉਹਨਾਂ ਨਾਲ ਮਿਲ ਕੇ ਜ਼ਰੂਰੀ ਰਣਨੀਤੀ ਬਣਾਉਣ ਅਤੇ ਵਰਤਣ ਦੀ ਸਮਰੱਥਾ ਰੱਖਦੇ ਹੋਣ ਅਧਿਆਪਕ। 12 ਆਪਣਾ 12ਵਾਂ ਪੁਆਇੰਟ ਹੈ, ਅਸਮਰਥਾ ਕੋਈ ਸਮੱਸਿਆ ਨਹੀਂ ਹੈ। ਕੀ ਕਹਿੰਦੇ ਸਮਲਿਤ ਸਿੱਖਿਆ ਦਾ ਉਦੇਸ਼ ਸਮਾਜ ਨੂੰ ਇਹ ਜਾਣੂ ਕਰਵਾਉਣਾ ਹੈ ਕਿ ਅਸਮਰਥਾ ਕੋਈ ਸਮੱਸਿਆ ਨਹੀਂ ਹੈ। ਸਮਲਿਤ ਸਿੱਖਿਆ ਦਾ ਉਦੇਸ਼ ਕੀ ਹੈ? ਸਮਾਜ ਨੂੰ ਇਹ ਜਾਣੂ ਕਰਵਾਉਣਾ ਹੈ ਕਿ ਅਸਮਰਥਾ ਹੈ ਉਹ ਕੋਈ ਸਮੱਸਿਆ ਨਹੀਂ ਹੈ। ਵਿਭਿੰਨਤਾ ਕਿਸੇ ਵੀ ਬੱਚੇ ਦੇ ਵਿਕਾਸ ਵਿੱਚ ਰੁਕਾਵਟ ਸਾਬਤ ਹੋ ਸਕਦੀ। ਵਿਭਿੰਨਤਾ ਕੀ ਕਿਸੇ ਵੀ ਬੱਚੇ ਦੇ ਵਿਕਾਸ ਵਿੱਚ ਰੁਕਾਵਟ ਸਾਬਤ ਹੋ ਸਕਦੀ ਹੈ। 1/3 ਵਿੱਚ ਅਗਲਾ ਕਰਾਂਗੇ ਆਪਾਂ ਹੀ ਸਮਲਿਤ ਸਿੱਖਿਆ ਦੇ ਟੀਚੇ ਤੇ ਉਦੇਸ਼। ਸਮਲਿਤ ਸਿੱਖਿਆ ਦੇ ਉਟੀਚੇ ਤੇ ਉਦੇਸ਼ ਪਹਿਲਾਂ ਆਪਾਂ ਇਹਦੇ ਕਿਤੇ ਵਿਸ਼ੇਸ਼ਤਾਵਾਂ ਤੇ ਗੁਣ ਹੋਣ ਕਰਾਂਗੇ। ਟੀਚੇ ਤੇ ਉਦੇਸ਼। ਉਦੇਸ਼ ਕੀ ਹਨ ਇਹਨਾਂ ਦੇ? ਪਹਿਲਾ ਹੈਗਾ ਜੀ ਬਾਲਕਾਂ ਵਿੱਚ ਆਤਮ ਨਿਰਭਰਤਾ ਦੀ ਭਾਵਨਾ ਦਾ ਵਿਕਾਸ ਕਰਨਾ। ਬਾਲਕਾਂ ਵਿੱਚ ਆਤਮ ਨਿਰਭਰਤਾ ਦੀ ਭਾਵਨਾ ਦਾ ਵਿਕਾਸ ਕਰਨਾ ਇਸ ਦਾ ਟੀਚਾ ਜਾਂ ਉਦੇਸ਼ ਹੈ। ਦੂਜਾ ਹੈਗਾ ਅਸਮਰਥ ਬਾਲਕਾਂ ਨੂੰ ਸਿੱਖਿਅਤ ਕਰਕੇ ਦੇਸ਼ ਦੀ ਮੁੱਖ ਧਾਰਨਾ ਨਾਲ ਜੋੜਨਾ। ਅਸਮਰਥ ਬਾਲਕਾਂ ਨੂੰ ਸਿੱਖਿਅਤ ਕਰਕੇ ਦੇਸ਼ ਦੀ ਮੁੱਖ ਧਾਰਨਾ ਨਾਲ ਜੋੜਨਾ। ਥਰਡ ਹੈਗਾ ਆਪਣਾ ਅਸਮਰਥ ਬਾਲਕਾਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਰੂਪ ਨਾਲ ਸਮਾਜ ਨਾਲ ਜੋੜਨਾ। ਅਸਮਰਥ ਬਾਲਕਾਂ ਨੂੰ ਕੀ ਹੈ ਸਮਾਜਿਕ ਅਤੇ ਸੱਭਿਆਚਾਰਕ ਰੂਪ ਨਾਲ ਸਮਾਜ ਨਾਲ ਜੋੜਨਾ। ਫੋਰਥ ਆਪਣਾ ਹੈਗਾ ਜਾਗਰੂਕਤਾ ਦੀ ਭਾਵਨਾ ਦਾ ਵਿਕਾਸ ਕਰਨਾ। ਫੋਰਥ ਕੀ ਹੈ? ਜਾਗਰੂਕਤਾ ਦੀ ਭਾਵਨਾ ਦਾ ਵਿਕਾਸ ਕਰਨਾ। ਫਿਫਥ ਹੈਗਾ ਲੋਕਤੰਤਰੀ ਮੁੱਲਾਂ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ। ਫਿਫਥ ਹੈਗਾ ਲੋਕਤੰਤਰੀ ਮੁੱਲਾਂ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ। 6 ਆਪਣਾ ਹੀ ਸਮਾਜ ਵਿੱਚ ਅਸਮਰਥ ਬਾਲਕਾਂ ਸੰਬੰਧੀ ਫੈਲੇ ਭਰਮਾਂ ਨੂੰ ਦੂਰ ਕਰਨਾ। 6 ਵਿੱਚ ਕੀ ਹੈ? ਸਮਾਜ ਵਿੱਚ ਜੋ ਵੀ ਅਸਮਰਥ ਬਾਲਕਾਂ ਦੇ ਸੰਬੰਧੀ ਜੋ ਫੈਲੇ ਭਰਮ ਹਨ ਉਹਨਾਂ ਨੂੰ ਦੂਰ ਕਰਨਾ। 7 ਹੈਗਾ ਅਸਮਰਥ ਬਾਲਕਾਂ ਨੂੰ ਜੋ ਵੀ ਅਸਮਰਥ ਬਾਲਕਾਂ ਨੂੰ ਜੋ ਸਰੀਰਕ ਤੌਰ 'ਤੇ ਹੋ ਸਕਦੇ ਹਨ, ਮੰਦਬੁੱਧੀ ਹੋ ਸਕਦੇ ਹਨ, ਦਿਮਾਗੀ ਤੌਰ 'ਤੇ ਉਹਨਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ। 8 ਪੁਆਇੰਟ ਆਪਣਾ ਅਸਮਰਥ ਬਾਲਕਾਂ ਨੂੰ ਆਤਮ ਨਿਰਭਰ ਬਣਾ ਕੇ ਉਹਨਾਂ ਦੇ ਪੁਨਰਵਾਸ ਦਾ ਪ੍ਰਬੰਧ ਕਰਨਾ। ਅਸਮਰਥ ਬਾਲਕਾਂ ਨੇ ਉਹਨਾਂ ਨੂੰ ਆਤਮ ਨਿਰਭਰ ਬਣਾ ਕੇ ਉਹਨਾਂ ਦੇ ਪੁਨਰਵਾਸ ਦਾ ਪ੍ਰਬੰਧ ਕਰਨਾ। 9th ਆਪਣਾ ਹੈਗਾ ਜੀ ਬਾਲਕਾਂ ਦੀਆਂ ਸਮਰੱਥਾਵਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਨਾ। 9th ਜੋ ਹੈ ਬਾਲਕਾਂ ਦੀਆਂ ਸਮਰੱਥਾਵਾਂ ਕੀ ਹਨ ਉਹਨਾਂ ਨੂੰ ਪਤਾ ਕਰਨਾ ਪਹਿਲਾਂ ਅਤੇ ਫਿਰ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਨਾ। 10th ਹੈਗਾ ਆਪਣਾ ਅਸਮਰਥ ਬਾਲਕਾਂ ਨੂੰ ਸਮਾਜ ਵਿੱਚ ਉੱਨਤੀ ਦੇ ਬਰਾਬਰ ਮੌਕੇ ਹਾਸਲ ਕਰਵਾਉਣਾ। ਅਸਮਰਥ ਬਾਲਕਾਂ ਨੇ ਉਹਨਾਂ ਨੂੰ ਸਮਾਜ ਵਿੱਚ ਉੱਨਤੀ ਦੇ ਬਰਾਬਰ ਮੌਕੇ ਹਾਸਲ ਕਰਵਾਉਣਾ। 11th ਹੈਗਾ ਅਸਮਰਥਾ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਕਰਨਾ। ਅਸਮਰਥਾ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਕਰਨਾ 11th ਵਿੱਚ। 12 ਵਿੱਚ ਅਸਮਰਥਾ ਨੂੰ ਰੁਕਾਵਟ ਮੁਕਤ ਵਾਤਾਵਰਨ ਪ੍ਰਦਾਨ ਕਰਨਾ। ਅਸਮਰਥਾ ਨੂੰ ਕੀ ਰੁਕਾਵਟ ਮੁਕਤ ਵਾਤਾਵਰਨ ਪ੍ਰਦਾਨ ਕਰਨਾ।
13ਵਾਂ ਜੋ ਹੈ ਅਸਮਰਥਾ ਨੂੰ ਆਤਮ ਵਿਸ਼ਵਾਸ ਨਾਲ ਭਰਨਾ, ਜੋ ਵੀ ਉਹਨਾਂ ਦੀ ਅਸਮਰਥਾ ਉਹਨਾਂ ਨੂੰ ਆਤਮ ਵਿਸ਼ਵਾਸ ਨਾਲ ਭਰਨਾ ਅਤੇ ਸਮਾਜ ਦਾ ਅਹਿਮ ਅੰਗ ਬਣਾਉਣਾ, ਉਹਨਾਂ ਨੂੰ ਸਮਾਜ ਦਾ ਅਹਿਮ ਅੰਗ ਬਣਾਉਣਾ। 14 ਪੁਆਇੰਟ ਹੈ ਅਸਮਰਥਾ ਨੂੰ ਦੇਸ਼ ਦੀ ਉੱਨਤੀ ਅਤੇ ਵਿਕਾਸ ਵਿੱਚ ਹਿੱਸਾ ਪਾਉਣ ਦੇ ਯੋਗ ਬਣਾਉਣਾ, ਜੋ ਵੀ ਉਹਨਾਂ ਦੀ ਅਸਮਰਥਾ ਉਹਨਾਂ ਨੂੰ ਦੇਸ਼ ਦੀ ਉੱਨਤੀ ਅਤੇ ਵਿਕਾਸ ਵਿੱਚ ਹਿੱਸਾ ਪਾਉਣ ਦੇ ਯੋਗ ਬਣਾਉਣਾ। 15ਵਾਂ ਜੋ ਹੈ ਆਪਣੇ ਅਜਿਹੇ ਬਾਲਕਾਂ ਦੇ ਹੁਨਰਾਂ ਦੀ ਪਛਾਣ ਕਰਕੇ ਸਮਾਜਿਕ ਤਰੱਕੀ ਲਈ ਵਰਤੋਂ ਕਰਨਾ, ਅਜਿਹੇ ਬਾਲਕਾਂ ਦੇ ਹੁਨਰਾਂ ਦੀ ਪਛਾਣ ਕਰਕੇ ਕੀ ਕਰਨਾ ਜੀ, ਸਮਾਜਿਕ ਤਰੱਕੀ ਲਈ ਵਰਤੋਂ ਕਰਨਾ। ਇਹ ਲਾਸਟ ਆਪਣਾ ਇਹ 3 ਮਾਰਕਸ ਵਿੱਚ ਆ ਸਕਦਾ ਹੈ। ਸਮਲਿਤ ਸਿੱਖਿਆ ਦੀਆਂ ਧਾਰਨਾਵਾਂ, ਕੰਜੰਪਸ਼ਨ ਆਫ ਇਨਕਲੂਸਿਵ ਐਜੂਕੇਸ਼ਨ। ਸਮਲਿਤ ਸਿੱਖਿਆ ਕੀ ਨੇ ਹੇਠ ਲਿਖੀਆਂ ਧਾਰਨਾਵਾਂ ਅਤੇ ਉਦਾਹਰਣ ਹੈ। ਫਸਟ ਜੋ ਹੈ ਹਰੇਕ ਬੱਚਾ ਸਮਾਜ ਦਾ ਮਹੱਤਵਪੂਰਨ ਅੰਗ ਹੈ, ਹਰੇਕ ਬੱਚਾ ਕੀ ਹੈ, ਸਮਾਜ ਦਾ ਮਹੱਤਵਪੂਰਨ ਅੰਗ ਹੈ। ਸੈਕਿੰਡ ਹੈ ਹਰੇਕ ਬਾਲਕ ਕਿਸੇ ਨਾ ਕਿਸੇ ਰੂਪ ਵਿੱਚ ਵਿਸ਼ੇਸ਼ ਹੈ, ਹਰੇਕ ਬਾਲਕ ਜੋ ਵੀ ਕਿਸੇ ਨਾ ਕਿਸੇ ਰੂਪ ਵਿੱਚ ਵਿਸ਼ੇਸ਼ ਹੈ, ਇਹ ਸਮਲਿਤ ਸਿੱਖਿਆ ਮੰਨਦੀ ਹੈ। ਥਰਡ ਜੋ ਆਪਣਾ ਹਰੇਕ ਬੱਚੇ ਲਈ ਸ਼ੋਸ਼ਣ ਮੁਕਤ ਸਿੱਖਿਆ ਇੱਕ ਮੌਲਿਕ ਅਧਿਕਾਰ ਹੈ, ਹਰੇਕ ਬੱਚੇ ਲਈ ਜੋ ਸ਼ੋਸ਼ਣ ਮੁਕਤ ਸਿੱਖਿਆ ਉਹ ਇੱਕ ਮੌਲਿਕ ਅਧਿਕਾਰ ਹੈ। ਫੋਰਥ ਆਪਣਾ ਸਾਰੇ ਬੱਚੇ ਸਮਾਜ ਵਿਚਲੇ ਸਾਧਨਾਂ ਰਾਹੀਂ ਵਿਕਾਸ ਕਰਨ ਲਈ ਬਰਾਬਰ ਦੇ ਹੱਕਦਾਰ ਹਨ, ਸਾਰੇ ਬੱਚੇ ਜੋ ਹਨ ਸਮਾਜ ਵਿਚਲੇ ਸਾਧਨਾਂ ਰਾਹੀਂ ਵਿਕਾਸ ਕਰਨ ਲਈ ਬਰਾਬਰ ਦੇ ਹੱਕਦਾਰ ਹਨ। ਫਿਫਥ ਹੈਗਾ ਸਿੱਖਣਾ ਮੂਲ ਰੂਪ ਵਿੱਚ 4 ਆਰ 'ਤੇ ਟਿਕਿਆ ਹੋਇਆ, ਇਹ ਕੁਐਸਚਨ ਆ ਸਕਦਾ ਤੁਹਾਡਾ ਜੀ ਸੀਟਡ ਔਰ ਪੀਟਡ 'ਚ। ਸਿੱਖਣਾ ਜੋ ਕੀ ਹੈ ਕਿਹੜੇ 4 ਆਰ 'ਤੇ ਟਿਕਿਆ, ਪੜ੍ਹਨਾ, ਲਿਖਣਾ, ਗਣਿਤ, ਮੈਥ, ਅਰਥਮੈਟਿਕ ਇਸ ਨੂੰ ਕਹਿੰਦੇ ਨੇ, ਅਤੇ ਸੰਬੰਧ, ਰੀਡਿੰਗ, ਰਾਈਟਿੰਗ, ਅਰਥਮੈਟਿਕ ਅਤੇ ਰਿਲੇਸ਼ਨਸ਼ਿਪ। 6 ਆਪਣਾ ਇਹ ਇੱਕ ਗਤੀਸ਼ੀਲ ਪ੍ਰਕਿਰਿਆ ਹੈ, ਸਿੱਖਣਾ ਜੋ ਹੈ ਗਤੀਸ਼ੀਲ ਪ੍ਰਕਿਰਿਆ ਹੈ, ਸਮਲਿਤ ਸਿੱਖਿਆ ਵੀ। 7 ਹੈਗਾ ਸਿੱਖਿਆ ਸਿਰਫ ਸਕੂਲ ਵਿੱਚ ਹੀ ਨਹੀਂ ਸਗੋਂ ਘਰ, ਪਰਿਵਾਰ ਅਤੇ ਸਮਾਜ ਤੋਂ ਵੀ ਹਾਸਲ ਹੁੰਦੀ ਹੈ, ਸਿੱਖਿਆ ਸਿਰਫ ਸਕੂਲ ਵਿੱਚ ਹੀ ਹਾਸਲ ਨਹੀਂ ਹੁੰਦੀ ਸਗੋਂ ਘਰ, ਪਰਿਵਾਰ ਅਤੇ ਸਮਾਜ ਤੋਂ ਵੀ ਹਾਸਲ ਹੁੰਦੀ ਹੈ। 8ਵਾਂ ਆਪਣਾ ਸਿੱਖਿਆ ਦੀ ਹੋਂਦ ਰੁਕਾਵਟ ਮੁਕਤ ਵਾਤਾਵਰਨ ਉੱਪਰ ਟਿਕੀ ਹੈ, ਸਿੱਖਿਆ ਦੀ ਹੋਂਦ ਕੀ ਹੈ, ਰੁਕਾਵਟ ਮੁਕਤ ਵਾਤਾਵਰਨ ਉੱਪਰ ਟਿਕੀ ਹੈ। ਹਾਂਜੀ ਜੋ ਕੁਐਸਚਨ ਆ ਸਕਦੇ ਹਨ, ਪਹਿਲਾ ਸਮਲਿਤ ਸਿੱਖਿਆ ਦਾ ਕੀ ਅਰਥ ਹੈ, 1 ਮਾਰਕਸ ਵਿੱਚ ਆ ਸਕਦਾ, 3 ਮਾਰਕਸ ਵਿੱਚ ਆ ਸਕਦਾ। ਸਮਲਿਤ ਸਿੱਖਿਆ ਦੀ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ, ਇਹ ਵੀ 3 ਅਤੇ 5 ਮਾਰਕਸ 'ਚ ਆ ਸਕਦਾ। ਸਮਲਿਤ ਸਿੱਖਿਆ ਦੇ ਉਦੇਸ਼ ਅਤੇ ਟੀਚੇ ਜਾਂ ਲਕਸ਼ ਕੀ ਹਨ, ਇਹ ਆਪਾਂ ਹੁਣੇ ਕੀਤਾ ਸੀ, ਇਹ ਵੀ 3-5 ਮਾਰਕਸ 'ਚ ਆ ਸਕਦਾ ਜੀ। ਸਮਲਿਤ ਸਿੱਖਿਆ ਦੀ ਜ਼ਰੂਰਤ ਅਤੇ ਮਹੱਤਵ ਦਾ ਵਰਣਨ ਕਰੋ, ਇਹ ਵੀ 3 ਅਤੇ 5 ਮਾਰਕਸ ਵਿੱਚ ਆ ਸਕਦਾ। ਸਮਲਿਤ ਸਿੱਖਿਆ ਦੀ ਜ਼ਰੂਰਤ ਅਤੇ ਮਹੱਤਵ ਦਾ ਵਰਣਨ ਕਰੋ। ਹਾਂਜੀ ਇੱਕ ਵਾਰੀ ਆਪਾਂ ਫਿਰ ਵੇਖ ਲੈਂਦੇ ਹਾਂ ਕੀ ਆਪਾਂ ਕੀਤਾ ਹੈ ਇਸ ਕਲਾਸ 'ਚ। ਪਹਿਲਾਂ ਕੀਤਾ ਸਮਲਿਤ ਸਿੱਖਿਆ ਕੀ ਹੁੰਦੀ ਹੈ, ਜਿਸ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਭਾਵੇਂ ਉਹ ਅਸਮਰਥ ਹੈ ਜਾਂ ਸਮਰਥ ਹੈ, ਸਾਰਿਆਂ ਨੂੰ ਸਧਾਰਨ ਬੱਚੇ ਤੌਰ 'ਤੇ ਹੀ ਸਮਝਣਾ। ਸਮਲਿਤ ਦਾ ਅਰਥ ਕੀ ਹੈ ਜੀ, ਇਹ ਇਨਕਲੂਸਿਵ ਸ਼ਬਦ ਤੋਂ ਲਿਆ, ਜੋ ਕਿ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਇਨਕਲੂਡ ਤੋਂ ਬਣਿਆ, ਜਿਸ ਦਾ ਅਰਥ ਸ਼ਾਮਲ ਕੀਤਾ ਜਾਵੇ, ਅਤੇ ਇਸ ਵਿੱਚ ਕੀ ਹੈ ਜੀ ਸਾਰੇ ਬੱਚਿਆਂ ਨੂੰ ਸਿੱਖਿਆ ਲਈ ਸ਼ਾਮਲ ਕੀਤਾ ਜਾਵੇ। ਉਸ ਤੋਂ ਮਿਲਟਨ ਨੇ ਕਿਹਾ ਸੀ ਸਮਲਿਤ ਤੋਂ ਭਾਵ ਹੈ ਪਾਠਕ੍ਰਮ, ਮੁਲਾਂਕਣ ਅਤੇ ਅਧਿਆਪਨ ਅਤੇ ਲੋਕਾਂ ਦੇ ਸਮੂਹ ਵਿੱਚ ਸੁਧਾਰ ਤੋਂ ਹੈ, ਮਿਲਟਨ ਅਨੁਸਾਰ। ਫਿਰ ਇਹਨਾਂ ਨੇ ਚਾਰਟ ਆਪਾਂ ਕੀਤਾ ਸੀ ਜੋ ਸਮਲਿਤ ਸਿੱਖਿਆ ਕੀ ਹੈ, ਵਿਭਿੰਨਤਾ ਦੀ ਪਛਾਣ ਕਰਨਾ, ਸਭ ਲਈ ਪਹੁੰਚ ਸਮਲਿਤ ਸਿੱਖਿਆ ਦੀ ਹੋਣੀ ਚਾਹੀਦੀ, ਪ੍ਰਾਪਤੀਆਂ ਦੀ ਪਛਾਣ ਕਰਨਾ, ਮਿਲ ਕੇ ਸਿੱਖਣ ਦੇ ਮੌਕੇ ਦੇਣੇ ਅਤੇ ਵਿਭਿੰਨਤਾ ਦੀ ਪਛਾਣ ਕਰਨਾ। ਸਮਲਿਤ ਸਿੱਖਿਆ ਦੀ ਵਿਸ਼ੇਸ਼ਤਾਵਾਂ ਆਪਾਂ ਕੀਤੀਆਂ ਸਨ। ਪਹਿਲਾ ਕੀਤਾ ਸੀ ਸਿੱਖਿਆ ਦੇ ਅਧਿਕਾਰ ਦੀ ਪੂਰਤੀ ਹੁੰਦੀ ਹੈ ਇਸ ਨਾਲ। ਸੈਕਿੰਡ ਕੀਤਾ ਸੀ ਵਿਅਕਤੀਗਤ ਵਿਭਿੰਨਤਾਵਾਂ ਦੀ ਪਛਾਣ ਹੈ। ਥਰਡ ਆਪਾਂ ਕੀਤਾ ਸਾਰਿਆਂ ਨੂੰ ਸਿੱਖਿਆ ਮਿਲਦੀ ਹੈ। ਫੋਰਥ ਕੀਤਾ ਲਚਕੀਲੀ ਨੀਤੀ ਹੈ, ਮਤਲਬ ਇਸ ਨੂੰ ਬਦਲਿਆ ਜਾ ਸਕਦਾ ਇਸ ਦੇ ਪਾਠਕ੍ਰਮ ਨੂੰ ਵੀ ਟਾਈਮ ਟੂ ਟਾਈਮ। ਫਿਫਥ ਸੀ ਇੱਕ ਸਮਾਯੋਜਿਤ ਜਾਂ ਪ੍ਰਕਿਰਿਆ ਹੈ, ਐਡਜਸਟਮੈਂਟ ਵਾਲੀ ਪ੍ਰਕਿਰਿਆ ਹੈ। 6 ਸੀ ਸਮਾਜ ਦੀ ਭਾਗੀਦਾਰੀ ਇਸ ਵਿੱਚ ਹੋਣੀ ਚਾਹੀਦੀ ਹੈ ਸਮਲਿਤ ਸਿੱਖਿਆ ਲਈ। 7 ਹੈਗਾ ਮਨੋਵਿਗਿਆਨਿਕ ਸਾਈਕੋਲੋਜੀਕਲ ਇੱਕ ਕਿਰਿਆ ਹੈ ਸਮਲਿਤ ਸਿੱਖਿਆ। 8 ਆਪਣਾ ਸੀ ਵਿਸ਼ੇਸ਼ ਸਿੱਖਿਅਕ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਮਨਜ਼ੂਰੀ ਅਤੇ ਸਮਰਥਨ ਇਸ ਨਾਲ ਮਿਲਦਾ ਹੈ। 9 ਹੈਗਾ ਸੀ ਸਧਾਰਨ ਅਤੇ ਵਿਸ਼ੇਸ਼ ਸਿੱਖਿਆ ਵਿੱਚ ਨਿਕਟ ਸੰਬੰਧ ਬਣਦੇ ਹਨ। 10 ਹੈਗਾ ਸੀ ਸਮਲਿਤ ਸਿੱਖਿਆ ਕੇਵਲ ਅਸਮਰਥਾ ਨਾਲ ਹੀ ਸੰਬੰਧਿਤ ਨਹੀਂ ਹੈ, ਸਗੋਂ ਇਹ ਉਹਨਾਂ ਨੂੰ ਸਿੱਖਿਆ ਵਿੱਚ ਕੋਈ ਵੀ ਬੱਚਾ 6 ਤੋਂ 14 ਸਾਲ ਦੇ ਉਸ ਨੂੰ ਸਿੱਖਿਆ ਵਿੱਚ ਸ਼ਾਮਲ ਕਰਨ ਲਈ ਜ਼ਰੂਰੀ ਹੈ, ਸੰਬੰਧਿਤ ਹੈ। 11 ਆਪਣਾ ਹੈਗਾ ਸੀ ਅਧਿਆਪਕ ਸਿੱਖਣ ਨੂੰ ਸਮਰਥਨ, ਅਧਿਆਪਕ ਦੇ ਸਿੱਖਣ ਨੂੰ ਵੀ ਸਮਰਥ ਬਣਾਉਂਦੀ ਹੈ, ਕਿਉਂਕਿ ਜੇਕਰ ਅਧਿਆਪਕ ਸਪੈਸ਼ਲ ਅਧਿਆਪਕਾਂ ਤੋਂ ਜੋ ਇਸ ਸੰਬੰਧੀ ਹੁੰਦੇ ਹਨ ਉਹਨਾਂ ਤੋਂ ਸਿੱਖੇਗਾ ਤਾਂ ਹੀ ਉਹ ਬੱਚਿਆਂ ਨੂੰ ਵਧੀਆ ਪੜ੍ਹਾ ਸਕੇਗਾ। 12 ਆਪਣਾ ਅਸਮਰਥਾ ਕੋਈ ਸਮੱਸਿਆ ਨਹੀਂ, ਅਸਮਰਥਾ ਕੋਈ ਸਮੱਸਿਆ ਨਹੀਂ ਇਸ ਵਿੱਚ ਕਹਿੰਦੇ ਹੀ ਇਸ ਦਾ ਹੱਲ ਹੋ ਸਕਦਾ ਹੈ। ਉਸ ਤੋਂ ਬਾਅਦ ਆਪਾਂ ਕਹਿੰਦੇ ਸਮਲਿਤ ਸਿੱਖਿਆ ਦੇ ਟੀਚੇ ਅਤੇ ਉਦੇਸ਼। ਪਹਿਲਾਂ ਕਿ ਬਾਲਕਾਂ ਵਿੱਚ ਆਤਮ ਨਿਰਭਰਤਾ ਦੀ ਭਾਵਨਾ ਦਾ ਵਿਕਾਸ ਕਰਨਾ, ਬਾਲਕ ਵਿੱਚ ਆਤਮ ਨਿਰਭਰਤਾ ਦੀ ਭਾਵਨਾ ਦਾ ਵਿਕਾਸ ਕਰਨਾ ਕਿ ਉਹ ਆਪਣੇ ਸਾਰੇ ਕੰਮ ਆਪ ਹੀ ਕਰ ਸਕੇ। ਦੂਸਰਾ ਸੀ ਅਸਮਰਥ ਬਾਲਕਾਂ ਨੂੰ ਸਿੱਖਿਅਤ ਕਰਕੇ ਦੇਸ਼ ਦੀ ਮੁੱਖ ਧਾਰਾ ਨਾਲ ਜੋੜਨਾ, ਜੋ ਵੀ ਅਸਮਰਥ ਬਾਲਕ ਹਨ ਉਹਨਾਂ ਨੂੰ ਸਿੱਖਿਅਤ ਕਰਕੇ ਦੇਸ਼ ਦੀ ਮੁੱਖ ਧਾਰਾ ਵਿੱਚ ਲਿਆਉਣਾ। ਥਰਡ ਆਪਾਂ ਕੀਤਾ ਸੀ ਅਸਮਰਥ ਬਾਲਕਾਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਰੂਪ ਨਾਲ ਸਮਾਜ ਨਾਲ ਜੋੜਨਾ। ਫੋਰਥ ਆਪਾਂ ਕੀਤਾ ਜਾਗਰੂਕਤਾ ਦੀ ਭਾਵਨਾ ਦਾ ਵਿਕਾਸ ਕਰਨਾ, ਜਾਗਰੂਕ ਕਰਨਾ ਉਹਨਾਂ ਨੂੰ।
5th ਆਪਾਂ ਕੀਤਾ ਜੀ ਲੋਕਤੰਤਰੀ ਮੁੱਲਾਂ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ। 6th ਆਪਾਂ ਕੀਤਾ ਸਮਾਜ ਵਿੱਚ ਅਸਮਰਥ ਬਾਲਕਾਂ ਸੰਬੰਧੀ ਜੋ ਫੈਲੇ ਭਰਮ ਹਨ ਉਹਨਾਂ ਨੂੰ ਦੂਰ ਕਰਨਾ, ਜੋ ਵੀ ਫੈਲੇ ਹੋਏ ਭਰਮ ਹਨ ਅਸਮਰਥ ਬਾਲਕਾਂ ਸੰਬੰਧੀ ਉਹਨਾਂ ਨੂੰ ਦੂਰ ਕਰਨਾ। 7th ਆਪਣੇ ਹੈਗਾ ਸੀ ਅਸਮਰਥ ਬਾਲਕਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਪੇਸ਼ ਕਰਨ ਦੇ ਯੋਗ ਬਣਾਉਣਾ। ਸਮਰਥ ਬਾਲਕਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ। 8 ਆਪਣਾ ਹੈਗਾ ਸੀ ਅਸਮਰਥ ਬਾਲਕਾਂ ਨੂੰ ਆਤਮ ਨਿਰਭਰ ਬਣਾ ਕੇ ਉਹਨਾਂ ਦੇ ਪੁਨਰਵਾਸ ਦਾ ਪ੍ਰਬੰਧ ਕਰਨਾ। ਜੋ ਵੀ ਅਸਮਰਥ ਬਾਲਕਾਂ ਨੇ ਉਹਨਾਂ ਨੂੰ ਆਤਮ ਨਿਰਭਰ ਬਣਾ ਕੇ ਉਹਨਾਂ ਦੇ ਪੁਨਰਵਾਸ ਦਾ ਪ੍ਰਬੰਧ ਕਰਨਾ। 9th ਆਪਣਾ ਹੈਗਾ ਸੀ ਬਾਲਕਾਂ ਦੀਆਂ ਅਸਮਰਥਾਵਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਨਾ। ਬਾਲਕਾਂ ਦੀਆਂ ਜੋ ਅਸਮਰਥਾਵਾਂ ਹਨ ਉਹਨਾਂ ਦਾ ਪਤਾ ਲਗਾਉਣਾ ਅਤੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਨਾ। 10th ਆਪਾਂ ਕੀਤਾ ਸੀ ਅਸਮਰਥ ਬਾਲਕਾਂ ਨੂੰ ਸਮਾਜ ਵਿੱਚ ਉੱਨਤੀ ਦੇ ਬਰਾਬਰ ਮੌਕੇ ਹਾਸਲ ਕਰਵਾਉਣਾ। ਜੋ ਵੀ ਅਸਮਰਥ ਬਾਲਕਾਂ ਨੇ ਉਹਨਾਂ ਨੂੰ ਸਮਾਜ ਵਿੱਚ ਉੱਨਤੀ ਦੇ ਬਰਾਬਰ ਮੌਕੇ ਹਾਸਲ ਕਰਵਾਉਣਾ। 11th ਆਪਾਂ ਕੀਤਾ ਜੀ ਅਸਮਰਥਾ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਕਰਨਾ। ਜੋ ਵੀ ਅਸਮਰਥਾ ਦੇ ਜੋ ਵੀ ਡਿਸੇਬਿਲਿਟੀ ਵਾਲੇ ਪਰਸਨ ਵਿਦ ਡਿਸੇਬਿਲਿਟੀ ਹਨ ਉਹਨਾਂ ਦੇ ਜੋ ਮੁੱਢਲੇ ਅਧਿਕਾਰ ਉਹਨਾਂ ਦੀ ਰਾਖੀ ਕਰਨਾ। 12 ਆਪਾਂ ਕੀਤਾ ਸਮਰਥਾ ਨੂੰ ਰੁਕਾਵਟ ਮੁਕਤ ਵਾਤਾਵਰਨ ਪ੍ਰਦਾਨ ਕਰਨਾ। ਸਮਰਥਾ ਜੋ ਡਿਸੇਬਿਲਿਟੀ ਵਾਲੇ ਬੱਚੇ ਹਨ ਡਿਸੇਬਿਲਿਟੀ ਵਾਲੇ ਉਹਨਾਂ ਨੂੰ ਰੁਕਾਵਟ ਮੁਕਤ ਵਾਤਾਵਰਨ ਪ੍ਰਦਾਨ ਕਰਨਾ ਕਿ ਉਹ ਆਪਣਾ ਜੀਵਨ ਵਧੀਆ ਬਿਤਾ ਸਕਣ। 13ਵਾਂ ਆਪਾਂ ਜੀ ਅਸਮਰਥਾ ਨੂੰ ਆਤਮ ਵਿਸ਼ਵਾਸ ਨਾਲ ਭਰਨਾ ਅਤੇ ਸਮਾਜ ਦਾ ਅਹਿਮ ਅੰਗ ਬਣਾਉਣਾ। ਸਮਰਥਾ ਨੂੰ ਆਤਮ ਵਿਸ਼ਵਾਸ ਨਾਲ ਭਰਨਾ ਅਤੇ ਸਮਾਜ ਦਾ ਅਹਿਮ ਅੰਗ ਬਣਾਉਣਾ। 14 ਹੈਗਾ ਅਸਮਰਥਾ ਨੂੰ ਦੇਸ਼ ਦੀ ਉੱਨਤੀ ਦੇ ਵਿਕਾਸ ਵਿੱਚ ਹਿੱਸਾ ਪਾਉਣ ਦੇ ਯੋਗ ਬਣਾਉਣਾ। ਅਤੇ 15ਵਾਂ ਅਜਿਹੇ ਬਾਲਕਾਂ ਦੇ ਹੁਨਰਾਂ ਦੀ ਪਛਾਣ ਕਰਕੇ ਸਮਾਜਿਕ ਤਰੱਕੀ ਦੀ ਵਰਤੋਂ ਲਈ ਕਰਨਾ। ਸਮੂਹਿਕ ਸਿੱਖਿਆ ਦੀ ਧਾਰਨਾਵਾਂ ਲਾਸਟ ਵਾਲਾ ਹਰੇਕ ਬੱਚਾ ਸਮਾਜ ਦਾ ਮਹੱਤਵਪੂਰਨ ਅੰਗ ਹੈ। ਹਰੇਕ ਬੱਚਾ ਕੀ ਸਮਾਜ ਦਾ ਮਹੱਤਵਪੂਰਨ ਅੰਗ ਹੈ ਸਮੂਹਿਕ ਸਿੱਖਿਆ ਮੰਨਦੀ ਹੈ। ਹਰੇਕ ਬਾਲਕ ਕਿਸੇ ਨਾ ਕਿਸੇ ਰੂਪ ਵਿੱਚ ਵਿਸ਼ੇਸ਼ ਹੈ। ਹਰੇਕ ਬੱਚੇ ਲਈ ਸ਼ੋਸ਼ਣ ਮੁਕਤ ਸਿੱਖਿਆ ਇੱਕ ਮੌਲਿਕ ਅਧਿਕਾਰ ਹੈ ਜੀ। ਸਾਰੇ ਬੱਚੇ ਸਮਾਜ ਵਿਚਲੇ ਸਾਧਨ ਰਾਹੀਂ ਵਿਕਾਸ ਲਈ ਬਰਾਬਰ ਦੇ ਹੱਕਦਾਰ ਹਨ। 5th ਹੈਗਾ ਸਿੱਖਣਾ ਮੂਲ ਰੂਪ ਵਿੱਚ 4 ਆਰ 'ਤੇ ਟਿਕਿਆ ਪੜ੍ਹਨਾ ਲਿਖਣਾ ਗਣਿਤ ਦੇ ਸੰਬੰਧ ਰੀਡਿੰਗ ਰਾਈਟਿੰਗ ਅਰਥਮੈਟਿਕ ਅਤੇ ਰਿਲੇਸ਼ਨਸ਼ਿਪ। 6 ਕੀ ਹੈ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਜੋ ਵੀ ਹੈ ਸਮੂਹਿਕ ਸਿੱਖਿਆ ਜਾਂ ਸਿੱਖਿਆ। 7th ਹੈਗਾ ਜੀ ਸਿੱਖਿਆ ਸਿਰਫ ਸਕੂਲ ਵਿੱਚ ਨਹੀਂ ਹੁੰਦੀ ਸਗੋਂ ਘਰ ਪਰਿਵਾਰ ਅਤੇ ਸਮਾਜ ਤੋਂ ਵੀ ਬੱਚਾ ਕੋਈ ਨਾ ਕੋਈ ਸਿੱਖਦਾ ਰਹਿੰਦਾ। ਆਪਾਂ ਵੀ ਸਿੱਖਦੇ ਰਹਿੰਦੇ ਹਾਂ ਆਪਣੀ ਮੌਤ ਤੀਕਰ। ਇਹ ਆਪਣਾ ਹੈਗਾ ਜੀ ਸਿੱਖਿਆ ਦੀ ਹੋਂਦ ਦੇ ਰੁਕਾਵਟ ਮੁਕਤ ਵਾਤਾਵਰਨ ਉੱਪਰ ਟਿਕੀ ਹੈ। ਸਿੱਖਿਆ ਦੀ ਹੋਂਦ ਕੀ ਹੈ ਰੁਕਾਵਟ ਮੁਕਤ ਵਾਤਾਵਰਨ ਉੱਪਰ ਟਿਕੀ ਹੈ। ਜੇ ਰੁਕਾਵਟ ਮੁਕਤ ਵਾਤਾਵਰਨ ਹੋਵੇਗਾ ਤਾਂ ਹੀ ਸਿੱਖਿਆ ਹੋਵੇਗੀ। ਹਾਂਜੀ ਇਸ ਦੇ ਨਾਲ ਹੀ ਆਪਣੀ ਇਹ ਕਲਾਸ ਖਤਮ ਹੁੰਦੀ ਹੈ। ਜੇਕਰ ਤੁਸੀਂ ਚੈਨਲ 'ਤੇ ਨਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਦੇ ਨਾਲ ਵਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਜੋ ਵੀ ਵੀਡੀਓ ਮੈਂ ਅਪਲੋਡ ਕਰਦਾ ਹਾਂ ਜੋ ਵੀ ਕਲਾਸਿਸ ਅਪਲੋਡ ਕਰਦਾ ਉਹਨਾਂ ਦਾ ਨੋਟੀਫਿਕੇਸ਼ਨ ਮਿਲ ਜਾਵੇ। ਥੈਂਕ ਯੂ ਜੀ। ਥੈਂਕਸ ਫॉर ਵਾਚਿੰਗ।